ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਾਤਮਾ ਦੀ ਵਾਹਿਗੁਰੂ ਦੀ ਓਟ ਲੈ ਕੇ ਸਾਧ ਸੰਗਤ ਜੀਓ ਤੁਛ ਬੁੱਧੀ ਅਨੁਸਾਰ ਪਰਮਾਤਮਾ ਦੀ ਵਰਸਾਈ ਹੋਈ ਗੁਰਬਾਣੀ ਦੀ ਵਿਚਾਰ ਕਰਨ ਦਾ ਆਸਰਾ ਜਾ ਰਿਹਾ। ਸੰਗਤ ਨੇ ਵੀ ਕਰਨੀ ਹੈ, ਸਮਰੱਥਾ ਦੇਵੇ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ। ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਵਤਾਰ। ਭੁੱਖਿਆਂ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣਪਾਂ ਲੱਖ ਹੋਵੈ ਤ ਇਕ ਨ ਚੱਲੈ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸਤਿਕਾਰਯੋਗ ਸੰਗਤ ਜੀਓ, ਦਾਸਰੇ ਨੇ ਸਿਰਫ ਵਿੱਚੋਂ ਘੁੰਡੀਆਂ ਜਿਹੜੀਆਂ ਹੈ ਕੁਛ ਉਹ ਵਿਚਾਰਾਂ ਕਰ ਦੇਣੀਆਂ। ਬਾਕੀ ਸੰਗਤ ਸਾਰੀ ਵਿਚਾਰਵਾਨ ਬੈਠੀ ਹੈ, ਉਹਦੇ ਵਿਚਾਰਾਂ ਉਹ ਵੀ ਦੇਣਗੇ ਤੇ ਵਿੱਚ ਕੋਈ ਹੋ ਫੇਰ ਲੋੜ ਪਊਗੀ ਦੁਬਾਰਾ ਫੇਰ ਕਰ ਲਾਂਗੇ। ਇੱਕ ਓੰਕਾਰ ਉਚਾਰਨ ਇਹਦਾ ਇਸ ਤਰ੍ਹਾਂ ਕਰਨਾ ਚਾਹੀਦਾ। ਇੱਕ ਓੰਕਾਰ, ਓੰਕਾਰ ਏਕ ਓੰਕਾਰ ਓੰਕਾਰ ਬਹੁਤ ਤਰ੍ਹਾਂ ਦਾ ਉਚਾਰਨ ਚੱਲ ਰਿਹਾ। ਇਹ ਸੇਧ ਗੁਰਬਾਣੀ 'ਚ ਦਿੱਤੀ ਹੋਈ ਹੈ। ਓੰਕਾਰ ਜਿੱਥੇ ਬਾਣੀ ਲਿਖੀ ਹੋਈ ਹੈ ਉੱਥੇ ਧਿਆਨ ਨਾਲ ਦੇਖਿਓ। ਇੱਕ ਓੰਕਾਰ, ਉਹਦੇ ਨਾਲ ਕੋਈ ਬਿੰਦੀ ਟਿੱਪੀ ਨਹੀਂ ਲਗਾਉਣੀ, ਆੜੇ ਪਰ ਟਿੱਪੀ ਬੁਲਾਉਣੀ। ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਉਹਦਾ ਜਿਹੜਾ ਨਾਮ ਹੈ ਉਹ ਆਪ ਵੀ ਸੱਚਾ ਹੈ, ਸਦਾ ਤੋਂ ਹੈ, ਸੱਤ ਹੈ। ਉਹਦਾ ਨਾਮ ਵੀ ਸੱਤ ਹੈ। ਜਿੱਥੇ ਗੁਰਬਾਣੀ 'ਚ ਗੁਰੂ ਸਾਹਿਬਾਨਾਂ ਨੇ ਨਾਮ ਦੀ ਬਾਤ ਪਾਈ ਹੈ, ਭਗਤਾਂ ਨੇ ਕਿਤੇ ਕਿਤੇ ਉਹਨੂੰ ਰਾਮ ਵੀ ਕਿਹਾ। ਉੱਥੇ ਨਾਮ ਔਰ ਰਾਮ ਇਹ ਭੇਦਾ ਭੇਦ ਹੈ, ਇੱਕੋ ਚੀਜ਼ ਹੈ। ਦੋਹਾਂ ਦੇ ਵਿੱਚ ਅੰਤਰ ਕੋਈ ਨਹੀਂ ਹੈ, ਪਰਸਨੈਲਿਟੀ ਦਾ ਹੀ ਅੰਤਰ ਹੈ। ਤਾਂ ਉਹਦਾ ਨਾਮ ਵੀ ਸੱਚਾ ਸੱਤ ਹੈ, ਸਦਾ ਰਹਿਣ ਵਾਲਾ। ਆਪ ਤਾਂ ਉਹ ਹੈ ਹੀ ਸਦਾ ਰਹਿਣ ਵਾਲਾ, ਨਾ ਕਿਸੇ ਨੇ ਉਹਨੂੰ ਬਣਾਇਆ। ਅੱਗੇ ਆਊਗੀ ਗੱਲ, ਨਾ ਉਹਦਾ ਕੋਈ ਸਾਜਣਹਾਰਾ, ਉਹ ਆਪਣੇ ਆਪ ਤੋਂ ਹੈ, ਸਦਾ ਤੋਂ ਹੈ, ਹੁਣ ਵੀ ਹੈ, ਫੇਰ ਵੀ ਰਹਿਣਾ ਹੈ। ਕਰਤਾ ਪੁਰਖ ਸਾਰੀ ਸ੍ਰਿਸ਼ਟੀ ਦਾ ਉਹ ਕਰਤਾ ਹੈ। ਜੋ ਆਪਾਂ ਨੂੰ ਦਿਸ ਰਿਹਾ ਤ੍ਰੈਗੁਣੀ ਬੁੱਧੀ 'ਚ ਵੀ ਮਾਂ ਬਾਪ ਕਰਤੇ ਹੈ ਕਿਸੇ ਨੂੰ ਬਣਾਉਣ ਵਾਲੇ। ਭਾਈ ਮਾਂ ਬਾਪਾਂ ਨੂੰ ਬਣਾਉਣ ਵਾਲਾ ਵੀ ਉਹੀ ਹੈ। ਸਾਰੀ ਸ੍ਰਿਸ਼ਟੀ ਦਾ ਕਰਤਾ ਉਹ ਹੈ। ਪੁਰਖ ਕਰਕੇ ਉਹਨੂੰ ਜਾਣਿਆ ਜਾਂਦਾ ਹੈ। ਹਾਲਾਂਕਿ ਜਿਹੜੀਆਂ ਫੀਮੇਲਸ ਹੈ, ਇਸਤਰੀਆਂ, ਉਹਨਾਂ ਵਿੱਚ ਵੀ ਤਾਂ ਉਹੀ ਹੈ, ਲੇਕਿਨ ਉਹਦੀ ਸੰਗਿਆ ਪੁਰਖ ਦੇ ਤੌਰ 'ਤੇ ਹੈ। ਨਿਰਭਉ ਕੋਈ ਡਰ ਨਹੀਂ ਕਿਸੇ ਦਾ, ਨਿਰਵੈਰ ਕਿਸੇ ਨਾਲ ਵੈਰ ਨਹੀਂ। ਜਿਹੜੇ ਉਹਨੂੰ ਗਾਲਾਂ ਵੀ ਕੱਢਦੇ ਹੈ, ਨਾਸਤਕ ਵੀ ਹੈ, ਉਹਨਾਂ ਨੂੰ ਵੀ ਰੋਟੀ ਉਸ ਤਰ੍ਹਾਂ ਹੀ ਦਿੰਦਾ। ਅਕਾਲ ਮੂਰਤ, ਉਹਦੇ ਸਿਰ ਦੇ ਉੱਤੇ ਕਾਲ ਨਹੀਂ। ਬਾਕੀ ਜਿੰਨੀਆਂ ਵੀ ਪੁਰੀਆਂ ਦੇਵਤਿਆਂ ਦੀਆਂ, ਜਿੰਨੇ ਦੇਵੀ ਦੇਵਤੇ ਹੈ, ਸਭ ਦੇ ਸਿਰ ਦੇ ਉੱਤੇ ਕਾਲ ਹੈ। ਜਿੰਨੀ ਵੀ ਸ੍ਰਿਸ਼ਟੀ ਪੈਦਾ ਹੋਈ ਹੈ, ਪਦਾਰਥ ਜਿੰਨਾ ਵੀ ਹੈ, ਸੂਰਜ ਚੰਦ ਵੀ ਕਈ ਵਾਰ ਬਣ ਲਏ, ਕਈ ਵਾਰ ਮਿਟ ਲਏ, ਫੇਰ ਬਣਾ ਦਿੰਦਾ, ਫੇਰ ਮਿਟਾ ਦਿੰਦਾ। ਇਹ ਉਹਦਾ ਹੁਕਮ ਹੈ, ਉਹਦੀ ਆਪਣੀ ਰਜ਼ਾ ਹੈ, ਉਹਦੀ ਕਲਾ ਹੈ। ਅਕਾਲ ਹੈ ਆਪ, ਬਾਕੀ ਸਭ ਸ੍ਰਿਸ਼ਟੀ ਦੇ ਸਿਰ ਪਰ ਕਾਲ ਹੈ। ਕਾਲ ਗ੍ਰਸਤ ਸਭ ਲੋਕ ਸਿਆਣੇ ਉਠ ਪੰਡਿਤ ਪੈ ਚੱਲੇ ਨਿਰਸ। ਵੇਦ ਪੁਰਾਣ ਸਭੈ ਮਤ ਸੁਣ ਕੇ ਕਰੀ ਕਰਮ ਕੀ ਆਸ। ਸਭ ਸ੍ਰਿਸ਼ਟੀ ਕਾਲ ਦੇ ਅੰਡਰ ਹੈ, ਸਿਆਣੇ ਲੋਕ, ਗਿਆਨੀ ਲੋਕ ਸਭ। ਤੋ ਅਕਾਲ ਮੂਰਤ, ਮੂਰਤ ਸ਼ਬਦ ਵੀ ਵਿਚਾਰਨਯੋਗ ਹੈ ਸਾਧ ਸੰਗਤ ਜੀ। ਸੂਰਤ ਔਰ ਮੂਰਤ ਦੋ ਸ਼ਬਦ ਹੁੰਦੇ। ਸੂਰਤ ਤ੍ਰੈਗੁਣੀ ਹੁੰਦੀ ਹੈ, ਮੂਰਤ ਚੌਥੇ ਗੁਣ ਵਾਲੀ ਹੁੰਦੀ ਹੈ। ਇਹਨਾਂ 'ਚ ਅੰਤਰ ਹੈ। ਗੁਰੂ ਸਾਹਿਬ ਨੂੰ ਜਾਂ ਭਗਤ ਸਾਹਿਬਾਨਾਂ ਨੂੰ ਜਿੱਥੇ ਵੀ ਕਿਤੇ ਉਹਨਾਂ ਦੀ ਬਾਤ ਆਊਗੀ, ਉਹਨਾਂ ਨੂੰ ਮੂਰਤ ਸ਼ਬਦ ਆਉਂਦਾ ਗੁਰਬਾਣੀ 'ਚ। ਸੂਰਤ ਹੁੰਦਾ ਜਿਹੜਾ ਸੰਸਾਰੀ ਜੀਵ ਹੈ। ਸੋ ਮੂਰਤ ਆਪਾਂ
ਫੋਟੋ ਨੂੰ ਵੀ ਕਹਿ ਦਿੰਦੇ ਆ, ਨਾਨਕ ਮੂਰਤ ਚਿੱਤਰ ਜੀ ਛੱਡ ਤਨਾਹੀ ਭੀੜ। ਉਹ ਚੀਜ਼ ਹੋਰ ਹੈ। ਇੱਥੇ ਮੂਰਤੀ ਤੋਂ ਭਾਵ ਹੈ ਉਹਦੀ ਜਿਹੜੀ ਮੂਰਤ ਹੈ ਉਹ ਅਕਾਲ ਹੈ, ਸਦੀਵ ਹੈ, ਬਿਨਾਂ ਕਾਲ ਤੋਂ, ਅਜੂਨੀ, ਕਿਸੇ ਜੂਨ ਚ ਨਹੀਂ ਆਉਂਦਾ। ਸੋ ਮੁਖ ਜਲੋ ਜਿਤ ਕਹਿ ਠਾਕਰ ਜੋਨੀ। ਇਹ ਗੁਰੂ ਮਹਾਰਾਜ ਪੰਚਮ ਨੇ ਵੀ ਇੱਕ ਜਗ੍ਹਾ ਫਰਮਾਇਆ ਹੋਇਆ, ਸਗਲੀ ਥੀਤ ਪਾਸ ਡਾਰ ਰਾਖੀ, ਅਸ਼ਟਮ ਥੀਤ ਗੋਬਿੰਦ ਜਨਮਾਸੀ। ਭਰਮ ਭੁੱਲੇ ਨਰ ਕਰਤ ਕਚਰੈਣ, ਜਨਮ ਮਰਨ ਤੇ ਰਹਿਤ ਨਰੈਣ। ਉਹ ਸਮਝਦੇ ਆ ਵੀ ਗੋਬਿੰਦ ਰੂਪ 'ਚ ਬੱਚਾ, ਬਾਲ ਰੂਪ 'ਚ ਕ੍ਰਿਸ਼ਨ ਜੀ ਨੂੰ ਲੋਰੀਆਂ ਦਿੰਦੇ ਆ ਬਈ ਇਹ ਰੱਬ ਹੈ, ਗੋਬਿੰਦ ਹੈ। ਭਾਈ ਗੁਰੂ ਸਾਹਿਬ ਫਰਮਾਉਂਦੇ ਆ ਵੀ ਭਰਮ ਭੁੱਲੇ ਹੋਏ ਨਰ ਕਰਤ ਕਚਰੈਣ, ਇਹ ਕਚਰੈਣ ਕਰ ਰਹੇ। ਉਹ ਤਾਂ ਕਦੇ ਜਨਮ ਮਰਨ ਚਾਹੁੰਦਾ ਹੀ ਨਹੀਂ ਹੈ, ਅਸੀਂ ਉਹਨੂੰ ਸਜੀਵ ਸਮਝੀ ਬੈਠੇ, ਜੂਨ ਵਿੱਚ ਸਮਝੀ ਬੈਠੇ। ਸਹਿ ਭੰਗ, ਆਪਣੇ ਆਪ ਤੋਂ ਪੈਦਾ ਹੋਇਆ। ਸ਼ੰਭੂ, ਗੁਰ ਪ੍ਰਸਾਦ। ਪ੍ਰਸਾਦ ਦਾ ਭਾਵ ਹੁੰਦਾ ਹੈ ਕਿਰਪਾ। ਇਹ ਸਿਆਰੀ ਜਿਹੜੀ ਲੱਗੀ ਹੈ ਪ੍ਰਸਾਦ ਨੂੰ, ਇਹਦਾ ਮਤਲਬ ਹੈ ਗੁਰੂ ਦੀ ਪ੍ਰਸਾਦ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ। ਇਹ ਵਿਆਕਰਨ ਭੇਦ ਹੈ। ਹੁਣ ਇੱਥੇ ਤੱਕ ਇਹ ਮੂਲ ਮੰਤਰ ਹੈ। ਭਾਵੇਂ ਸਿੱਖ ਜਗਤ ਵਿੱਚ ਬਹੁਤ ਪਖੇੜਾ ਵੀ ਹੈ ਇਸ ਗੱਲ ਨੂੰ ਲੈ ਕੇ। ਅੱਗੇ ਦੇਖੋ ਜਪ ਆ ਰਿਹਾ। ਜਪ ਬਾਣੀ ਦਾ ਨਾਮ ਹੈ, ਜਿਹਨੂੰ ਆਪਾਂ ਜਪਜੀ ਸਾਹਿਬ ਕਹਿੰਦੇ ਸਤਿਕਾਰ ਨਾਲ, ਉਹਦਾ ਨਾਮ ਹੈ ਜਪ। ਆਦਿ ਸੱਚ ਜੁਗਾ ਸੱਚ, ਇਹ ਸ਼ਲੋਕ ਹੈ, ਆਰੰਭਕ ਸ਼ਲੋਕ ਕਹਿੰਦੇ ਇਹਨੂੰ। ਐਸੇ ਤਰ੍ਹਾਂ ਪਿੱਛੇ ਜਾ ਕੇ ਸ਼ਲੋਕ ਆਊਗਾ, ਪਵਨ ਗੁਰੂ ਪਾਣੀ ਪਿਤਾ। ਆਦਿ ਤੋਂ ਵੀ ਸੱਚਾ ਉਹ, ਜੁਗਾਂ ਤੋਂ ਵੀ ਸੱਚਾ ਹੈ। ਯੁੱਗ ਤਾਂ ਸਮੇਂ ਨਾਲ ਹੈ, 4 ਯੁੱਗਾਂ ਦਾ ਇੱਕ ਕਲਪ ਹੁੰਦਾ ਹੈ, ਉਹਦੇ ਦਾ ਅੰਤ ਹੀ ਨਹੀਂ, ਇੰਨੇ ਕਲਪ ਹੈ, ਕਲਪਾਂ ਤੋਂ ਵੀ ਪਹਿਲਾਂ ਹੈ। ਯਾਨੀ ਸਮੇਂ ਦੀ ਕੋਈ ਨਿਸ਼ਚਿਤ ਸੀਮਾ ਉਹਦੇ ਉੱਤੇ ਲਾਗੂ ਨਹੀਂ ਹੁੰਦੀ। ਸਮਾਂ ਸੂਰਜ ਨਾਲ ਹੈ, ਚੰਦਰਮਾ ਨਾਲ ਹੈ। ਜਦ ਇਹੀ ਨਹੀਂ ਸੀਗੇ ਉਹ ਉਦੋਂ ਵੀ ਸੀਗਾ। ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਹੁਣ ਵੀ ਸੱਚਾ ਵਿਰਾਜਮਾਨ ਹੈ ਦੁਨੀਆ ਦੇ ਵਿੱਚ, ਕੁਦਰਤ ਕਰਕੇ ਵਸਿਆ ਸੋਇਆ। ਆਪ ਬੈਠਾ ਆਪਣੀ ਕਿਰਤੀ ਵਿੱਚ, ਜਿਹੜੀ ਉਹਦੀ ਕਿਰਤ ਹੈ, ਸੰਸਾਰ ਬਣਾਇਆ ਉਹਨੇ, ਕ੍ਰੀਏਸ਼ਨ ਹੈ, ਉਹਦੇ ਵਿੱਚ ਉਹ ਕ੍ਰੀਏਟਰ ਆਪ ਬੈਠਾ ਹੈ। ਔਰ ਉਹਨੇ ਸੱਚਾ ਹੀ ਰਹਿਣਾ, ਹਮੇਸ਼ਾ ਸੱਤ ਰਹਿਣਾ। ਸੰਸਾਰ ਨੇ ਮਿਟ ਜਾਣਾ, ਕਿੰਨੀ ਵਾਰ ਮਿਟ ਲਿਆ ਪਹਿਲਾਂ ਵੀ। ਉਹਨੇ ਸੱਚੇ ਨੇ ਸੱਚ ਰਹਿਣਾ, ਸੱਤ ਨੇ ਸੱਤ ਰਹਿਣਾ। ਸੰਸਾਰ ਨੂੰ ਕੂੜ ਇਸੇ ਕਰਕੇ ਕਿਹਾ ਗਿਆ ਵੀ ਇਹ ਵਿਨਾਸ਼ ਹੋਣਾ, ਇਹਦਾ ਇਹ ਨਾਸ਼ਵਾਨ ਹੈ। ਤੇ ਸੱਚਾ ਇਸ ਕਰਕੇ ਕਿਹਾ ਗਿਆ ਵੀ ਉਹਦਾ ਵਾਸਾ ਵਿੱਚ ਹੈ ਇਹਦੇ। ਇਹ ਜੱਗ ਸੱਚਾ ਕੀ ਹੈ, ਕੋਰੜੀ ਸੱਚੇ ਦਾ ਵਿਸ਼ਵਾਸ। ਸੱਚਾ ਵੀ ਹੈ ਪਰ ਇਹ ਨਿਰਸੰਹਾਰ ਹੈ, ਇਸ ਕਰਕੇ ਝੂਠਾ ਵੀ ਹੈ। ਉਹੀ ਗੱਲ ਫੇਰ ਆ ਗਈ ਵੀ ਗੁਰਬਾਣੀ 'ਚ ਯੈਸ ਔਰ ਨੋ ਨਹੀਂ ਕਿਸੇ ਵੀ ਚੀਜ਼ ਦੀ ਹੁੰਦੀ, ਇਨ ਬਿਟਵੀਨ ਦਾ ਰਸਤਾ ਹੁੰਦਾ। ਉਹਦੀ ਗੱਲ ਸਮਝਣ ਵਾਲੀ ਹੁੰਦੀ ਹੈ ਗੁਰਬਾਣੀ ਦੀ, ਹਰ ਇੱਕ ਗੱਲ ਇਸ ਤਰ੍ਹਾਂ ਹੀ ਹੈ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ। ਹੁਣ ਇਹ ਪੌੜੀ ਫਸਟ ਪਰਸਨ 'ਚ ਉਚਾਰੀ ਹੋਈ ਹੈ ਸੰਗੀ ਜਨੋ। ਫਸਟ ਪਰਸਨ ਦਾ ਮਤਲਬ ਹੈ ਆਪਣੇ ਆਪ, ਆਪਣੇ ਉੱਪਰ। ਗੁਰਬਾਣੀ 'ਚ ਅਕਸਰ ਹੁੰਦਾ ਇਸ ਤਰ੍ਹਾਂ, ਬਜਾਏ ਦੂਜੇ ਨੂੰ ਕਹੀਏ ਆਪਣੇ ਉੱਪਰ ਗੱਲ ਕਹਿਣੀ ਹੈ ਤਾਂ ਕਿ ਦੂਜਿਆਂ ਨੂੰ ਸਮਝ ਆ ਜਾਏ ਉਸ ਗੱਲ ਦੀ। ਜਿੱਥੇ ਔਗਣ ਦੇ ਰੂਪ 'ਚ ਆਪਣੇ ਆਪ ਨੂੰ ਪੇਸ਼ ਕਰਨਾ, ਉੱਥੇ ਆਪਣੇ ਉੱਪਰ ਲੈ ਲੈਣੀ ਗੱਲ। ਜਿੱਥੇ ਕਿਸੇ ਨੂੰ ਸਤਿਕਾਰ ਦੇਣਾ, ਉੱਥੇ ਥਰਡ ਪਰਸਨ 'ਚ ਗੱਲ ਕਹਿ ਦੇਣੀ। ਇਹ ਇੱਕ ਬਹੁਤ ਬੜੀ ਖੂਬੀ ਹੈ ਜਿੰਨੇ ਵੀ ਬਾਣੀਕਾਰ ਹੈ। ਹੁਣ ਇੱਥੋਂ ਇਹ ਜਿਹੜੇ ਦੁਨੀਆ ਦੇ ਵਿੱਚ 3-4 ਬੜੇ ਭੇਖ ਚੱਲ ਰਹੇ ਸੀਗੇ, ਹੁਣ ਵੀ ਚੱਲ ਰਹੇ ਆ, ਉਦੋਂ ਤਾਂ ਬਾਹਲੇ ਸੀਗੇ। ਇਹ ਉਹਨਾਂ ਦਾ ਖੰਡਨ ਸ਼ੁਰੂ ਵਿੱਚ ਕਰ ਦਿੱਤਾ। ਸੋਚੈ ਸੋਚ ਨਾ ਹੋਵੇ। ਸੋਚਣਾ ਹੁੰਦਾ ਸ਼ੌਚ ਕਰਨਾ, ਸਫਾਈ ਕਰ ਲੈਣੀ, ਨਹਾਉਣਾ ਧੋਣਾ। ਜਿਹੜਾ ਤੀਰਥਾਂ ਦਾ ਇਸ਼ਨਾਨ ਹੈ ਉਹ ਤੋਂ ਮੁਰਾਦ ਹੈ। ਕਈ ਵਿਆਖਿਆਕਾਰਾਂ ਨੇ ਇਹਦਾ ਅਰਥ ਸੋਚਣਾ ਵੀ ਕਰਿਆ, ਚਲੋ ਉਹ ਉਹਨਾਂ ਨੂੰ ਮੁਬਾਰਕ ਹੈ। ਇਹ ਆਪਾਂ ਸੋਝੀ ਲਈਏ ਬਾਣੀ ਤੋਂ ਹੀ, ਕਿਉਂਕਿ ਬਾਣੀ ਦੀ ਵਿਆਖਿਆ ਬਾਣੀਓ ਕਰਦੀ ਹੈ। ਦੇਖੋ, ਸੋਚ ਕਰੇ ਦਿਨ ਸਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਸੁਖਮਨੀ ਸਾਹਿਬ। ਸੋਚ ਕਰਦਾ ਹੈ ਦਿਨ ਰਾਤ, ਸ਼ੌਚ ਕਰਦਾ। ਮਨ ਦੀ ਜਿਹੜੀ ਮੈਲ ਹੈ ਉਹ ਤਨ ਦੇ ਨਹਾਉਣ ਧੋਣ ਨਾਲ ਨਹੀਂ ਜਾਂਦੀ। ਭਾਈ ਸਪਸ਼ਟ ਹੈ ਵੀ ਸੋਚ ਸ਼ਬਦ ਨਹਾਉਣ ਧੋਣ ਖਾਤਰ ਆਇਆ ਹੋਇਆ। ਸੋਚੈ ਸੋਚ ਨਾ ਹੋਵੇ, ਨਹਾਉਣ ਧੋਣ ਨਾਲ ਭਾਈ ਸੋਚ ਨਹੀਂ ਹੁੰਦੀ ਕਦੇ ਵੀ।
ਜੇ ਸੋਚੀ ਲੱਖ ਵਾਰ, ਚਾਹੇ ਮੈਂ ਲੱਖਾਂ ਵਾਰੀ ਨਹਾਈ ਜਾਵਾਂ ਧੋਈ ਜਾਵਾਂ, ਨਹੀਂ ਕੁਛ ਵੀ ਬਣਨਾ। ਚੁੱਪ ਹੈ ਚੁੱਪ ਨਾ ਹੋ ਬਈ, ਜੇ ਲਾਏ ਰਹਾਂ ਲਿਵਤਾਰ। ਜੇ ਮੈਂ ਲਗਾਤਾਰ ਟਿਕ ਟਿਕੀ ਲਾ ਕੇ ਬੈਠ ਜਾਵਾਂ ਜਿਵੇਂ ਲੋਕ ਕਰਦੇ ਸੀਗੇ, ਹੁਣ ਵੀ ਕਿਸੇ ਹੱਦ ਤੱਕ ਹੈ, ਮਨ ਨੇ ਚੁੱਪ ਨਹੀਂ ਕਰਨਾ ਭਾਈ। ਸਗੋਂ ਕੰਦਰਾਂ ਦੇ ਵਿੱਚ ਜਾ ਕੇ ਇਹ ਮਨ ਨੇ ਹੋਰ ਬੋਲਣਾ, ਹੋਰ ਉਹ ਕਰਮ ਕਰੇਗਾ ਜਿਹੜਾ ਸੰਗਤ ਵਿੱਚ ਨਹੀਂ ਜਾਂ ਬਾਹਰ ਲੋਕਾਂ 'ਚ ਨਹੀਂ ਕਰ ਸਕਦਾ ਬੰਦਾ। ਤਾਂ ਮਨ ਦਾ ਜਿਹੜਾ ਚੁੱਪ ਕਰਨਾ ਹੈ ਉਹ ਸੰਗਤ ਵਿੱਚ ਹੋ ਸਕਦਾ, ਇਕੱਲਿਆਂ ਤੋਂ ਨਹੀਂ। ਇਹ ਵੀ ਗੁਰਬਾਣੀ ਦਾ ਨਿਯਮ ਹੈ। ਜਦੋਂ ਸੰਗਤ ਵਿੱਚ ਚੁੱਪ ਕਰ ਗਿਆ ਫਿਰ ਇਕੱਲੇ ਬੈਠਣ ਨਾਲ ਵੀ ਚੁੱਪ ਰਹੇਗਾ, ਉਹ ਗੱਲ ਹੋਰ ਹੈ, ਉਹ ਤੋਂ ਵੀ ਉੱਚੀ ਗੱਲ ਹੈ। ਚਾਹੇ ਜਿੰਨੀਆਂ ਮਰਜ਼ੀ ਸਮਾਧੀਆਂ ਲਾ ਲਓ, ਮੈਡੀਟੇਸ਼ਨਾਂ ਕਰ ਲਓ, ਇਹ ਮਨ ਨੇ ਚੁੱਪ ਨਹੀਂ ਕਰਨਾ ਭਾਈ। ਇਹ ਮਨ ਨੂੰ ਜਦ ਸ਼ਬਦ ਦਾ ਪਾਣੀ ਮਿਲੂਗਾ ਨਾ, ਸ਼ਬਦ ਰੂਪੀ, ਉਦੋਂ ਚੁੱਪ ਕਰਨਾ। ਸ਼ਬਦ ਨੇ ਚੁੱਪ ਕਰਾਉਣਾ ਮਨ ਨੂੰ, ਨਾ ਕਿ ਕਿਸੇ ਸਮਾਧੀ ਮੈਡੀਟੇਸ਼ਨ ਜਿਹੜੀ ਆਪਣੇ ਵੱਲੋਂ ਹੁੰਦੀ ਹੈ, ਆਤਮਾ ਤੱਕ ਜਾਂਦੀ ਹੈ ਸਮਾਧੀ ਜਿਹੜੀ। ਗੁਰਬਾਣੀ ਨੇ ਆਤਮਾ ਤੋਂ ਪਰਮਾਤਮਾ ਤੱਕ ਪਹੁੰਚਾਉਣਾ ਬੰਦੇ ਨੂੰ। ਉਹ ਮਨ ਆਪਣੇ ਵੱਲੋਂ ਕੋਈ ਵੀ ਕਰਿਆ ਹੋਇਆ ਐਫਰਟ ਉਹ ਨਹੀਂ ਸਹਾਈ ਹੁੰਦਾ ਪਰਮਾਤਮਾ ਨੂੰ ਪਹੁੰਚ। ਗੁਰੂ ਕਿਰਪਾ ਦੇ ਬਿਨਾਂ ਨਹੀਂ ਹੋ ਸਕਣਾ ਇਹ ਸਾਰਾ ਕੁਛ। ਇਹ ਗੁਰਬਾਣੀ ਦਾ ਫਰਮਾਨ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾਰ। ਇਸ ਮਹਾਵਾਕ ਨੂੰ ਵੀ ਬਹੁਤ ਗਲਤ ਅਰਥਾਂ 'ਚ ਵਰਤਿਆ ਜਾਂਦਾ। ਦੇਖਦਾ ਦਸਰਾ ਅਕਸਰ ਅਨਪੜ੍ਹ ਲੋਕ ਵੀ ਬੋਲਦੇ ਆ ਵੀ ਭੁੱਖਿਆਂ ਦੀ ਭੁੱਖ ਨਹੀਂ ਉਤਰਦੀ। ਇਹ ਗਲਤ ਵਿਆਖਿਆ ਗੁਰਬਾਣੀ ਦੀ। ਇਹਦਾ ਮਤਲਬ ਇਹ ਨਹੀਂ ਹੈ। ਇਹਨੂੰ ਦੇਖੋ ਟੋਟੈਲਿਟੀ 'ਚ ਲੈ ਕੇ ਸਾਰੇ ਸ਼ਬਦ ਨੂੰ। ਜੇ ਉੱਪਰ ਆ ਰਿਹਾ ਚੁੱਪੇ ਚੁੱਪ ਨਾ ਹੋਵੇ, ਸੋਚਿਆ ਸੋਚ ਨਾ ਹੋਵੇ, ਭੁੱਖਿਆਂ ਭੁੱਖ ਨਾ ਉਤਰੀ। ਭੁੱਖਿਆਂ ਦੀ ਭੁੱਖ ਦੀ ਗੱਲ ਨਹੀਂ ਹੋ ਰਹੀ, ਭੁੱਖੇ ਰਿਹਾ ਯਾਨੀ ਵਰਤ ਰੱਖਣ ਦੀ ਗੱਲ ਹੋ ਰਹੀ ਹੈ। ਵਰਤ ਦਾ ਖੰਡਨ ਹੋ ਰਿਹਾ। ਛੋਡੇ ਅੰਨ ਕਰੇ ਪਖੰਡ, ਨਾ ਸੁਹਾਗਣ ਨਾ ਉਹ ਰੰਡ। ਅੰਨੇ ਬਾਹਰ ਜੋ ਨਰ ਹੋਵੇਂ, ਤੀਨ ਭਵਨ ਮੈਂ ਆਪਣੀ ਖੋਵੇਂ। ਭੁੱਖੇ ਰਿਹਾ ਤੋਂ ਭਾਈ ਭੁੱਖ ਨਹੀਂ ਉਤਰਦੀ, ਮਨ ਦੀ ਨਿਸ਼ਾਨੀ ਹੁੰਦੀ, ਸ਼ਾਂਤੀ ਨਹੀਂ ਹੁੰਦੀ। ਹੁਣ ਅੱਗੇ ਆ ਰਿਹਾ, ਜੇ ਬੰਨਾ ਪੁਰੀਆਂ ਭਾਰ, ਜੇ ਮੈਂ ਪੁਰੀਆਂ ਦੇ ਭਾਰ ਵੀ ਬੰਨ ਲਵਾਂ ਤਾਂ ਵੀ ਭੁੱਖ ਨਹੀਂ ਉਤਰਨੀ ਮਨ ਦੀ। ਮਨ ਨੇ ਹੋਰ ਚਾਹੁਣਾ। ਜੇ ਧਰਤੀ ਦਾ ਰਾਜ ਮਿਲ ਗਿਆ ਫਿਰ ਚੰਦਰਮਾ ਦਾ ਵੀ ਚਾਹੂਗਾ, ਚੰਦਰਮਾ ਦਾ ਮਿਲ ਗਿਆ ਫਿਰ ਮੰਗਲ ਗ੍ਰਹਿ ਦਾ ਵੀ ਚਾਹੂਗਾ। ਇਹ ਨਹੀਂ ਖਤਮ ਹੁੰਦੀ। ਇਹ ਸਿਰਫ ਸਹਿਜ ਵਿੱਚ ਆਏ ਤੋਂ ਗੁਰਬਾਣੀ ਕਰ ਸਕਦੀ, ਸਹਿਜ ਵਿੱਚ ਲਿਆ ਕੇ। ਹੁਣ ਇੱਥੇ ਇੱਕ ਗੱਲ ਹੋਰ ਹੈ ਸਾਧ ਸੰਗਤ ਜੀ, ਉਹ ਵਿੱਚ ਗੁਰੂ ਮਹਾਰਾਜ ਨੇ ਇੱਕ ਹੋਰ ਬਲ ਰੱਖਿਆ ਇਹਦੇ 'ਚ। ਉੱਪਰ ਤਾਂ ਆ ਰਿਹਾ ਹੈ ਵੀ ਲੱਖ ਵਾਰੀ ਸੋਚਾਂ ਤਾਂ ਨਹੀਂ ਸੋਚ ਹੋਣੀ, ਲੱਖ ਵਾਰੀ ਮੈਂ ਸਮਾਧੀ ਲਾ ਕੇ ਬੈਠ ਜਾਵਾਂ ਤਾਂ ਨਹੀਂ ਚੁੱਪ ਹੋਣੀ। ਇੱਥੇ ਭੁੱਖੇ ਰਿਹਾਂ ਦੇ ਨਾਲ ਕੋਈ ਉਸ ਤਰ੍ਹਾਂ ਦੀ ਗੱਲ ਨਹੀਂ ਆ ਰਹੀ ਵੀ ਮੈਂ ਹੋਰ ਭੁੱਖਾ ਰਹਾਂ। ਇੱਥੇ ਉਹ ਤਾਂ ਉਲਟ ਗੱਲ ਆ ਰਹੀ ਹੈ ਵੀ ਜੇ ਮੇਰੇ ਕੋਲ ਬਹੁਤ ਕੁਛ ਵੀ ਹੋਵੇ ਪਦਾਰਥ। ਹੁਣ ਇਸ ਮਹਾਵਾਕ ਦੇ ਵਿੱਚ ਦੋ ਚੀਜ਼ਾਂ ਦਾ ਖੰਡਨ ਕਰ ਦਿੱਤਾ। ਇੱਕ ਨਹੀਂ ਹੈ, ਨਾ ਭੁੱਖੇ ਰਿਹਾ ਭੁੱਖ ਉਤਰਨੀ ਹੈ, ਨਾ ਜੇ ਪੁਰੀਆਂ ਦੇ ਭਾਰ ਵੀ ਬੰਨ ਲਵਾਂ ਆਪਣੇ ਕੋਲ ਇਕੱਠੇ ਕਰ ਲਵਾਂ ਤਾਂ ਵੀ ਭੁੱਖ ਨਹੀਂ ਉਤਰਨੀ। ਦੋ ਚੀਜ਼ਾਂ ਦਾ ਖੰਡਨ ਹੋ ਰਿਹਾ ਇਹਦੇ ਵਿੱਚ। ਭੁੱਖ ਦਾ ਕੋਰਸਪੋਂਡਿੰਗ ਸ਼ਬਦ ਜਿਵੇਂ ਉੱਪਰ ਦੋਹਾਂ ਦੇ ਆਇਆ, ਸੋਚਣੇ ਦਾ ਔਰ ਯਾਨੀ ਸੋਚ ਕਰਨ ਦਾ ਔਰ ਚੁੱਪ ਰਹਿਣ ਦਾ ਹੈ, ਉਹਨਾਂ ਦਾ ਅੱਗੇ ਉਸ ਤੋਂ ਜ਼ਿਆਦਾ ਦੀ ਗੱਲ ਹੋ ਰਹੀ ਹੈ। ਇੱਥੇ ਉਹ ਗੱਲ ਨਹੀਂ ਹੈ, ਇੱਥੇ ਬਿਲਕੁਲ ਉਲਟ ਹੈ। ਭੁੱਖੇ ਰਿਹਾ ਭੁੱਖ ਨਹੀਂ ਉਤਰਨੀ ਯਾਨੀ ਵਰਤ ਰੱਖਣ ਨਾਲ, ਤੇ ਜੇ ਬਹੁਤ ਜ਼ਿਆਦਾ ਪਦਾਰਥ ਵੀ ਕੋਲ ਹੋਵੇ ਤਾਂ ਵੀ ਭੁੱਖ ਨਹੀਂ ਉਤਰਨੀ। ਸਹਿਸ ਸਿਆਣਪਾਂ ਲੱਖ ਹੋਹਾਂ ਤਾਂ ਇੱਕ ਨਾ ਚੱਲੇ ਨਾਲ। ਕਿੰਨੀਆਂ ਹੀ ਹਜ਼ਾਰਾਂ ਸਿਆਣਪਾਂ ਹੋਵੇਂ, ਲੱਖਾਂ ਹੀ ਹੋਵੇਂ, ਨਾਲ ਨਹੀਂ ਜਾਣੀ ਕੋਈ ਵੀ। ਉਹ ਦੁਨੀਆ ਦੇ ਵਿੱਚ ਤਾਂ ਉਰੇ ਵਿਵੇਕੀ ਕਹਾਊਗਾ ਦੁਨੀਆਦਾਰੀ ਦੀ ਨਿਗਾਹ ਤੋਂ, ਪਰ ਅਸਲ 'ਚ ਉਹ ਵਿਵੇਕੀ ਨਹੀਂ ਹੋਊਗਾ। ਉਹਨੂੰ ਦਰਗਾਹ 'ਚ ਕੋਈ ਮਾਣ ਵਡਿਆਈ ਨਹੀਂ ਮਿਲਣੀ। ਦੁਨੀਆ ਦੀਆਂ ਵਡਿਆਈਆਂ ਹੋਰ ਹੈ, ਨਾਲ ਨਹੀਂ ਚੱਲਦੀਆਂ। ਉੱਥੇ ਤਾਂ ਮੈਂ ਰਹਿਤ ਹੋ ਕੇ ਹੀ ਗੁਜ਼ਾਰਾ ਹੋਣਾ, ਨਹੀਂ ਤਾਂ ਧਰਮਰਾਜ ਦਾ ਡੰਡਾ ਫਿਰ ਚੱਲਣਾ ਹੀ ਚੱਲਣਾ। ਕਿੰਨੀਆਂ ਹੀ ਦਾਨ ਪੁੰਨ ਕਰ ਲਓ, ਕਿੰਨੀਆਂ ਹੀ ਸਿਆਣਪਾਂ ਵਰਤ ਲਓ, ਉਹ ਨਹੀਂ ਚੱਲਣੀਆਂ ਨਾਲ। ਕੇਵਲ ਨਾਮ, ਨਾਨਕ ਕਹਿ ਕਰ ਕੇਵਲ ਨਾਮ। ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ, ਸਭ ਕਾਸੇ ਦੇ ਉੱਪਰ ਨਾਮ। ਕਿਵ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੇ ਪਾਲ। ਇਹ ਸਵਾਲ ਕਰ ਰਹੇ ਗੁਰੂ ਨਾਨਕ ਪਾਤਸ਼ਾਹ ਵੀ ਸਚਿਆਰਾ ਕਿਵੇਂ ਬਣੀ ਹੈ, ਝੂਠ ਦੀ ਜਿਹੜੀ ਪਾਲ ਹੈ ਸਾਡੇ ਅੰਦਰ ਉਹ ਕਿਵੇਂ ਟੁੱਟੇ। ਪਾਲ ਮੈਨੇ ਕੰਧ, ਉਹ ਕੰਧ ਕਿਵੇਂ ਗਿਰੇ ਝੂਠ ਦੀ। ਆਪੇ ਜਵਾਬ ਵੀ ਦੇ ਰਹੇ ਅੱਗੇ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸਾਨੂੰ ਉਹਦੇ ਹੁਕਮ ਵਿੱਚ ਆਉਣਾ ਹੀ ਪੈਣਾ। ਹਉਮੈ ਯਾਰ ਹੁਕਮ ਦੋਏ ਇੱਕ ਦੂਏ ਦੇ ਵਿਰੋਧੀ ਹੈ। ਜਿਹਨੂੰ ਨਾਮ ਕਹਿੰਦੇ ਆ ਉਹ ਹੁਕਮ ਵਿੱਚ ਹੈ।
ਤੇ ਹੁਕਮ ਤੋਂ ਉਲਟ ਹੈਗਾ ਆਪਣੀ ਮੈਂ ਇਹ ਮੈਂ ਨੂੰ ਛੱਡ ਕੇ ਉਹਦੇ ਹੁਕਮ ਵਿੱਚ ਆਉਣਾ ਪੈਣਾ। ਔਰ ਇਹ ਨਾਲ ਲਿਖੀ ਹੋਈ ਗੱਲ ਹੈ, ਇਹ ਉਹਦੇ ਨਿਯਮ ਵਿੱਚ ਇਹ ਗੱਲ ਹੈਗੀ ਹੈ ਬਈ ਉਹਦੀ ਰਜ਼ਾ ਵਿੱਚ ਆਏ ਤੋਂ ਬਿਨਾਂ ਕੁਛ ਨਹੀਂ ਬਣਨਾ। ਜਿਹੜੇ ਉੱਪਰਲੇ ਕਰਮ ਦੱਸੇ ਤਿੰਨੇ ਚਾਰੇ ਉਹਨਾਂ ਦੇ ਨਾਲ ਕੱਖ ਨਹੀਂ ਬਣਨਾ, ਸਗੋਂ ਹੋਰ ਮੈਲ ਲੱਗੂਗੀ, ਮਨ ਮੈਂ ਉੱਚਾ ਹੋਊਗਾ, ਹਉਮੈ ਵਧੂਗੀ। ਸਗੋਂ ਹੁਕਮ ਦੇ ਵਿੱਚ ਆਉਣੇ ਨੂੰ ਗੁਰਬਾਣੀ ਪ੍ਰਵਾਨ ਕਰਦੀ ਹੈ। ਹੁਕਮ ਪਛਾਣੈ ਸੋ ਇੱਕੋ ਜਾਣੈ, ਬੰਦਾ ਕਹੀਐ ਸੋਈ। ਗੁਰਬਾਣੀ ਬੰਦਾ ਹੀ ਉਸੇ ਨੂੰ ਮੰਨਦੀ ਜਿਹੜਾ ਉਹਦੇ ਹੁਕਮ 'ਚ ਆ ਜਾਏ, ਦੂਜੇ ਨੂੰ ਬੰਦਾ ਹੀ ਨਹੀਂ ਮੰਨਦੀ। ਬ੍ਰਹਮ ਗਿਆਨੀ ਤਾਂ ਇੱਕ ਪਾਸੇ ਰਹੇ, ਸੰਤ ਤਾਂ ਇੱਕ ਪਾਸੇ ਰਹੀ ਗੱਲ। ਉਹ ਬੰਦਾ ਹੋਣ ਖਾਤਰ ਵੀ ਸਾਨੂੰ ਹੁਕਮ ਵਿੱਚ ਆਉਣਾ ਪੈਣਾ। ਹੁਕਮ ਮੰਨਦੀ ਮੈਂ ਤੋਂ ਬਿਲਕੁਲ ਉਲਟ ਹੈ, ਤੂੰ ਵਿੱਚ ਹੈ। ਅਸੀਂ ਆਪਾ ਛੱਡ ਕੇ ਉਹਦੇ ਹੁਕਮ ਵਿੱਚ ਆ ਸਕਦੇ ਨਹੀਂ ਆ ਸਕਦੇ। ਨਹੀਂ ਤਾਂ ਫਿਰ ਆਪਣੇ ਭਾਣੇ ਚੱਲਦੇ, ਆਪਣੇ ਭਾਣੇ ਜੋ ਚੱਲੇ ਭਾਈ ਪਿੱਛੜ ਚੋਟਾਂ ਖਾਵੇ। ਸਾਨੂੰ ਉਹਦੇ ਭਾਣੇ 'ਚ ਆਉਣਾ ਪੈਣਾ। ਔਰ ਇਹ ਗੱਲ ਪਹਿਲਾਂ ਤੋਂ ਹੀ ਲਿਖੀ ਹੋਈ ਹੈ, ਮਨੁੱਖ ਦੀ ਫਿਤਰਤ ਵਿੱਚ ਹੈ ਵੀ ਤੂੰ ਇਹਨਾਂ ਗੱਲਾਂ ਨੂੰ ਛੱਡ ਕੇ ਜਿਹੜੀਆਂ ਦੁਨੀਆਦਾਰੀ ਕਰਮ ਧਰਮ ਕਰਮ ਕਾਂਡ ਵਗੈਰਾ ਕੁਛ ਵੀ ਕਰਦਾ ਫਿਰਦਾ ਹੈ, ਜਿਹੜਾ ਕਿ ਪਹਿਲਾ ਨਜ਼ਰੀਆ ਹੁੰਦਾ ਸੀ ਸਾਡੇ ਸਮਾਜ ਦਾ, ਸਾਡੇ ਬਾਬਿਆਂ ਦਾ, ਦਾਦਿਆਂ ਦਾ, ਉਹ ਭਾਈ ਉਹਦੇ ਨਾਲ ਕੁਛ ਨਹੀਂ ਬਣਨਾ। ਉਹਦੇ ਹੁਕਮ ਵਿੱਚ ਆ ਜਾ। ਜੇ ਹੁਕਮ ਵਿੱਚ ਆ ਗਿਆ ਤਾਂ ਘਰੇ ਤੀਰਥ ਹੈ, ਮਨੇ ਤੀਰਥ ਬਣ ਜਾਣਾ। ਜੇ ਉਹਦੇ ਹੁਕਮ ਵਿੱਚ ਬੰਦਾ ਆ ਗਿਆ ਤਾਂ ਕਿਤੇ ਭਟਕਣੇ ਦੀ ਲੋੜ ਹੀ ਨਹੀਂ ਪੈਣੀ। ਉਹਾਂ ਤਾਂ ਜਾਈਏ ਜੋ ਇਹਾਂ ਨਾ ਹੋਏ। ਬਾਬਾ ਰਾਮਾਨੰਦ ਜੀ ਦਾ ਬਚਨ ਹੈ, ਭਗਤ ਜੀ ਦਾ, ਵੇਦ ਪ੍ਰਾਣ ਸਭ ਦੇਖੇ ਜੋਏ, ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ। ਅੱਗੇ ਦੁਨੀਆ ਦੇ ਰਟਣ ਨੂੰ ਵੀ ਲੋਕ ਅਧਿਆਤਮਿਕਤਾ ਦੇ ਨਾਲ ਜੋੜਦੇ ਸੀਗੇ ਵੀ ਇਹਨੇ ਬੜਾ ਰਟਨ ਕਰਿਆ ਹੋਇਆ। ਜੇ 7 ਸਮੁੰਦਰ ਵੀ ਘੁੰਮਿਆ ਹੋਇਆ, ਗੁਰਬਾਣੀ ਕਹਿੰਦੀ ਤਾਂ ਵੀ ਕੁਛ ਨਹੀਂ ਤੇਰੇ ਪੱਲੇ ਹੈ ਭਾਈ, ਹੁਕਮ ਵਿੱਚ ਆ ਜਾਓ। ਸਭ ਤੋਂ ਵੱਡੀ ਗੱਲ ਹੈ ਉਹਦੇ ਹੁਕਮ ਵਿੱਚ ਆਉਣ ਦੀ। ਲਿਆਊਗਾ ਗੁਰੂ ਗੁਰਬਾਣੀ। ਜੇ ਵਿਚਾਰ ਕਰਾਂਗੇ ਸੰਗਤ ਦੇ ਵਿੱਚ, ਉਹਦੇ ਹੁਕਮ ਦੀ ਪਛਾਣ ਹੋ ਜਾਊਗੀ। ਕਮ ਸੇ ਕਮ ਬੰਦਾ ਆਪਣੀ ਮੈਂ ਨੂੰ ਘਟਾ ਲੂਗਾ ਵੀ ਮੈਂ ਤਾਂ ਹੈ ਹੀ ਕੁਛ ਨਹੀਂ, ਗੁਰਬਾਣੀ ਕਹਿੰਦੀ ਹੈ। ਗੁਰਬਾਣੀ ਤਾਂ ਸੂਰਜ ਨੂੰ ਵੀ ਇੱਕ ਜਰਾ ਦੱਸ ਰਹੀ ਹੈ ਪਰਮਾਤਮਾ ਦੀ ਬੇਅੰਤਤਾ ਦੇ ਸਾਹਮਣੇ, ਤਾਂ ਬੰਦਾ ਕਿਆ ਚੀਜ਼ ਹੈ, ਮੈਂ ਕਿਆ ਚੀਜ਼ ਹੈ। ਇਸ ਗੱਲ ਦਾ ਅਹਿਸਾਸ ਹੋ ਜਾਊਗਾ। ਜਿਹੜਾ ਸਾਰਾ ਦਿਨ ਬੰਦਾ ਮੈਂ ਕਰਦਾ ਹੈ, ਮੇਰੀ ਕਰਦਾ ਹੈ, ਉਹਨੂੰ ਇਸ ਗੱਲ ਦਾ ਅਹਿਸਾਸ ਹੋ ਜਾਊਗਾ ਵੀ ਨਹੀਂ ਤੂੰ ਠੀਕ ਹੈ, ਮੈਂ ਤਾਂ ਠੀਕ ਹੈ ਹੀ ਨਹੀਂ। ਕਰੋੜਾਂ ਹੀ ਮੀਲਾਂ ਦੇ 'ਚ ਫੈਲੀ ਹੋਈ ਸੂਰਜ ਦੀ ਅੱਗ ਦਾ ਗੋਲਾ, ਉਹ ਵੀ ਇੱਕ ਜ਼ਰਾ ਹੈ ਉਹਦੀ ਕੁਦਰਤ ਵਿੱਚ। ਪਰਮਾਤਮਾ ਦੀ ਬੇਅੰਤਤਾ ਹੈ, ਹੋਰ ਕਿਸੇ ਦੀ ਨਹੀਂ ਹੈ, ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ ਹੈ। ਸਿਰਫ ਔਰ ਸਿਰਫ ਪਰਮਾਤਮਾ ਦੀ ਵਡਿਆਈ ਹੈ ਗੁਰਬਾਣੀ 'ਚ। ਇਹ ਨਜ਼ਰੀਆ ਹੈ। ਪੁਰਾਣੇ ਨਜ਼ਰੀਏ ਸਾਰੇ ਮਿਟ ਜਾਣਗੇ ਜਦੋਂ ਇਸ ਤਰ੍ਹਾਂ ਦੇ ਵਿਚਾਰ ਬੰਦਾ ਕਰਦਾ। ਆਪਣੇ ਸਮੇਂ ਦੇ ਮੁਤਾਬਕ ਸਭ ਵਿਚਾਰਾਂ ਉਹ ਵੀ ਠੀਕ ਸੀਗੀਆਂ, ਗਲਤ ਨਹੀਂ ਹੈ ਕੋਈ ਵੀ, ਬਸ ਨਜ਼ਰੀਏ ਦਾ ਅੰਤਰ ਹੈ। ਜੇ ਨਜ਼ਰੀਆ ਬਦਲ ਗਿਆ ਆਪਣੇ ਆਪ ਸਮਝ ਆ ਜਾਣੀ ਵੀ ਮੈਂ ਕਿੱਥੇ ਖੜਾ। ਤੋ ਸਾਧ ਸੰਗਤ ਜੀ ਬਹੁਤ ਥੋੜ੍ਹਾ ਜਿਹਾ ਫੇਰ ਵੀ 18 ਮਿੰਟ ਹੋ ਚੱਲੇ। ਕੋਸ਼ਿਸ਼ ਬਹੁਤ ਸੰਖੇਪ 'ਚ ਕਰਨ ਦੀ ਕਰੀਏ, ਇਸੇ ਦੀ ਭਾਵੇਂ ਕਈ ਦਿਨ ਵਿਚਾਰ ਕਰਦੇ ਰਹੋ। ਇਹਦਾ ਤਾਂ ਕੋਈ ਅੰਤ ਹੀ ਨਹੀਂ ਹੈ, ਇੰਨੀ ਵਿਚਾਰ ਡੂੰਘੀ ਹੈ। ਚਲੋ ਆਪਣੀ ਤੁੱਛ ਬੁੱਧੀ ਅਨੁਸਾਰ ਜੋ ਕੁਛ ਕਿਹਾ ਹੈ ਉਹਦੇ 'ਚ ਕੋਈ ਆਪ ਜੀ ਸੋਧ ਵੀ ਕਰ ਸਕਦੇ, ਕਿਆ ਬੜੀ ਗੱਲ ਹੈ, ਕਿਉਂਕਿ ਸੰਗਤ ਬੜੀ ਹੈ। ਤੋ ਆਪ ਜੀ ਵੀ ਜ਼ਰੂਰ ਆਪਣੇ ਵਿਚਾਰ ਦਿਓ। ਔਰ ਵਿਚਾਰ 'ਚੋਂ ਹੀ ਸਭ ਕੁਛ ਨਿਕਲਦਾ ਹੈ, ਮੰਥਨ ਹੁੰਦਾ ਹੈ। ਪਹਿਲਾਂ ਵੀ ਗੱਲਾਂ ਆ ਰਹੀਆਂ ਹੈ। ਕੋਈ ਅਪਸ਼ਬਦ ਦੀ ਖਿਮਾ ਦੀ ਯਾਚਨਾ ਕਰਦਾ ਹੋਇਆ ਦੱਸਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਰੀ ਸੰਗਤ ਜੀਓ। ਹੁਕਮੀ ਹੋਵਨ ਆਕਾਰ, ਹੁਕਮ ਨ ਕਹਿਆ ਜਾਏ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਐ। ਇਕ ਨਾ ਹੁਕਮੀ ਬਖਸ਼ੀਸ਼, ਇਕ ਹੁਕਮੀ ਸਦਾ ਭਵਾਈਐ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਇ। ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹਿ ਨ ਕੋਇ। ਗੁਰੂ ਨਾਨਕ ਪਾਤਸ਼ਾਹ ਦੁਨੀਆ ਦੇ ਰਹਿਬਰ, ਦੁਨੀਆ ਦੇ ਮਾਲਕ, ਕਹਿਣਾ ਕਹਿ ਰਹੇ ਹੈ, ਹੁਕਮ ਕਰ ਰਹੇ ਹੈ। ਹੁਕਮੀ ਹੋਵਨ ਆਕਾਰ, ਉਹਦੇ ਹੁਕਮ ਦੇ ਵਿੱਚ ਹੀ ਸਾਰੇ ਆਕਾਰ ਬਣਦੇ। ਚੰਦ ਸੂਰਜ ਦਾ ਆਕਾਰ, ਮਨੁੱਖਾਂ ਦਾ ਆਕਾਰ, ਪੰਛੀਆਂ ਦਾ ਆਕਾਰ, ਸਰੀਰਾਂ ਤੋਂ ਮੁਰਾਦ ਹੈ।
ਆੜੇ ਨੂੰ ਕੰਨਾ ਸਾਧ ਸੰਗਤ ਜੀ ਲੱਗਿਆ ਹੋਇਆ। ਅਕਸਰ ਇਹ ਪਾਠ ਆਕਾਰ ਕਰਿਆ ਜਾਂਦਾ ਬਿਨਾਂ ਕੰਨੇ ਤੋਂ, ਕਿਉਂਕਿ ਆਪਣੀ ਜਿਹੜੀ ਰੋਜ਼ ਦੀ ਬੋਲੀ ਉਹ 'ਚ ਆਕਾਰ ਹੀ ਚੜ੍ਹਿਆ ਹੋਇਆ। ਪਰ ਇੱਥੇ ਮਾਤਰਾ ਦਾ ਫਰਕ ਪਊਗਾ ਜੇ ਕੰਨਾਂ ਨਹੀਂ ਬੁਲਾਉਂਦੇ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਿਹਾ ਜੀ। ਇਹ ਹੁਕਮ ਦੀ ਸਮਝ ਨਹੀਂ ਆਉਂਦੀ, ਇਹ ਕਿਹਾ ਨਹੀਂ ਜਾਂਦਾ ਵੀ ਕਿਆ ਹੁਕਮ ਕਿਵੇਂ ਹੈ, ਕਿਹਨੂੰ ਹੁਕਮ ਕਹਿੰਦੇ ਆ, ਬੜਾ ਮੁਸ਼ਕਲ ਹੈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਸਾਰੀ ਸ੍ਰਿਸ਼ਟੀ ਜੀਵ ਜੰਤੂ ਹੁਕਮ ਨਾਲ ਪੈਦਾ ਹੁੰਦੇ, ਹੁਕਮ ਦੇ ਨਾਲ ਹੀ ਵਡਿਆਈ ਮਿਲਦੀ ਹੈ ਕਿਸੇ ਨੂੰ। ਵਡਿਆਈ ਤੋਂ ਮਤਲਬ ਇੱਕ ਤਾਂ ਦੁਨੀਆਦਾਰੀ ਦੀ ਵਡਿਆਈ ਹੈ, ਉਹ ਗੱਲ ਨਹੀਂ ਇੱਥੇ ਹੋ ਰਹੀ। ਉਹ ਦੁਨੀਆਦਾਰੀ ਦੀ ਵਡਿਆਈ ਹੈ ਉਹ ਵੀ ਉਹਦੇ ਹੁਕਮ ਵਿੱਚ ਹੁੰਦੀ ਹੈ, ਪਰ ਉਹ ਜਿਹੜੀ ਵਡਿਆਈ ਹੈ ਉਹ ਭਟਕਾਉਂਦੀ ਹੈ, ਉਹ ਪਰਮਾਤਮਾ ਤੋਂ ਦੂਰ ਲੈ ਜਾਂਦੀ ਹੈ ਬੰਦੇ ਨੂੰ, ਕਿਉਂਕਿ ਉਹ ਦੁਨੀਆਦਾਰੀ ਦੀ ਵਡਿਆਈ ਹੈ। ਜੇ ਉਹ ਵਡਿਆਈ ਹੁੰਦੇ ਹੋਏ ਉਹ ਯਾਦ ਆ ਜਾਏ, ਯਾਦ ਆਉਂਦਾ ਰਹੇ, ਫਿਰ ਉਹ ਸੋਨੇ ਪਰ ਸੁਹਾਗਾ ਹੋ ਜਾਂਦਾ, ਰਾਜੇ ਜਨਕ ਦੀ ਤਰ੍ਹਾਂ। ਪਰ ਉਹ ਬੜੇ ਮੁਸ਼ਕਲ ਹੈ। ਈਸਾ ਜੀ ਨੇ ਲਿਖਿਆ ਇੱਕ ਜਗ੍ਹਾ, ਕਹਿੰਦੇ ਮੈਂ ਇਹ ਤਾਂ ਮੰਨ ਸਕਦਾ ਵੀ ਊਂਟ ਨੂੰ ਗੱਡੀ ਚੜ੍ਹਾਇਆ ਜਾ ਸਕਦਾ, ਹਾਲਾਂਕਿ ਬਹੁਤ ਮੁਸ਼ਕਲ ਹੈ, ਊਂਟ ਬੜੇ ਲੱਤਾਂ ਮਾਰਦਾ, ਸੌਖਾ ਨਹੀਂ ਚੜ੍ਹਦਾ, ਪਰ ਚਲੋ ਮੰਨ ਲੈਂਦੇ ਵੀ ਚੜ੍ਹ ਸਕਦਾ। ਕਹਿੰਦੇ ਮੈਂ ਇਹ ਨਹੀਂ ਮੰਨ ਸਕਦਾ ਵੀ ਇੱਕ ਪੈਸੇ ਵਾਲਾ ਬੰਦਾ, ਸ਼ੋਹਰਤ ਵਾਲਾ ਬੰਦਾ, ਜਿਹਨੂੰ ਲੋਕ ਵਡਿਆਈ ਕਰਦੇ ਹੋਵੇ, ਵੀ ਉਹ ਰੱਬ ਨੂੰ ਯਾਦ ਕਰਦਾ ਹੋਊਗਾ। ਗੱਲ ਠੀਕ ਹੈ, ਗਲਤ ਨਹੀਂ ਹੈ, ਐਕਸੈਪਸ਼ਨਲ ਕੇਸ ਹੈ ਰਾਜੇ ਜਨਕ ਦਾ। ਇੱਕੋ ਹੀ ਰਾਜੇ ਝੂਠ ਫਰੇਬ ਨਾਲ ਜੁੜੇ ਹੋਏ, ਲਾਲਚਾਂ 'ਚ ਜੁੜੇ ਹੋਏ, ਕਾਮ ਕ੍ਰੋਧ 'ਚ ਫਸੇ ਹੋਏ, ਉਹ ਰੱਬ ਨੂੰ ਯਾਦ ਕਰਨਗੇ? ਉਹ ਮੁਸ਼ਕਲ ਹੈ। ਹਾਂ, ਉੱਪਰੋਂ ਉੱਪਰੋਂ ਤਾਂ ਸਾਰਾ ਜਗਤ ਕਰਦਾ ਹੀ ਹੈ, ਧੂਪ ਬੱਤੀਆਂ ਵੀ ਬਹੁਤ ਕਰਦੇ ਹੋਣਗੇ, ਉਹਨਾਂ ਨੇ ਰੱਖੇ ਵੇ ਵੀ ਹੁੰਦੇ ਅੱਗੇ ਆਪਣੇ, ਜਿਨ੍ਹਾਂ ਨੂੰ ਆਪਾਂ ਪ੍ਰੀਸਟ ਕਹਿੰਦੇ ਹਾਂ, ਚਾਹੇ ਕਿਸੇ ਵੀ ਧਰਮ ਦਾ ਰਾਜਾ ਹੋਵੇ ਉਹਨੂੰ ਪ੍ਰੀਸਟ ਰੱਖੇ ਵੇ ਹੁੰਦੇ ਆਪਣੇ ਅੱਗੇ। ਪ੍ਰੀਸਟਾਂ ਦੁਆਰਾ ਪੂਜਾ ਪਾਠ ਬੜਾ ਕਰਾਉਂਦਾ ਹੋਊਗਾ, ਪਰ ਅੰਦਰ ਤੋਂ ਰੱਬ ਨਾਲ ਜੁੜਿਆ ਵਾ ਹੋਊਗਾ। ਦਿਸ ਇਜ਼ ਵੈਰੀ ਮਚ ਇੰਪੋਸੀਬਲ। ਐਕਸੈਪਸ਼ਨਲ ਕੇਸ ਹੋ ਸਕਦਾ ਹੈ, ਪਰ ਨਹੀਂ ਹੋ ਸਕਦਾ, ਬਾਕੀ ਨਹੀਂ ਹੋ ਸਕਦਾ। ਇਹ ਈਸਾ ਜੀ ਦਾ ਕਹਿਣਾ, ਤਾਂ ਗੱਲ ਸਹੀ ਵੀ ਹੈ। ਇਹ ਜਿਹੜਾ ਹੁਕਮ ਹੈ, ਇਹ ਗਾਹਾਂ ਅੱਗੇ ਤੋਕਾ ਰਹੀ ਹੈ ਵੀ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਈ। ਹੁਕਮ ਦੀ ਪਛਾਣ ਉਦੋਂ ਆਉਣੀ ਜਦੋਂ ਹਉਮੈ ਨੇ ਨਿਕਲਣਾ। ਹੁਕਮ ਔਰ ਹਉਮੈ ਦੋਹੇ ਇੱਕ ਦੂਜੇ ਦੇ ਵਿਰੋਧੀ ਹੈ, ਜਿਵੇਂ ਨਾਮ ਔਰ ਹਉਮੈ ਵਿਰੋਧੀ ਹੈ ਨਾ। ਨਾਮ ਅੰਦਰ ਚੱਲੇ ਤੋਂ ਹੀ ਹੁਕਮ ਦਾ ਪਤਾ ਲੱਗਣਾ। ਗੁਰੂ ਦਾ ਮਿਲਾਪ ਉਦੋਂ ਹੋਣਾ ਜਦੋਂ ਹਉਮੈ ਨੇ ਨਿਕਲ ਜਾਣਾ। ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਤੋਂ ਦੇਖ ਲਓ ਚੱਕ ਕੇ, ਹਉਮੈ 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 ਹੰਕਾਰ, ਹਉਮੈ ਅਭਿਮਾਨ, ਮੈਂ ਮੇਰੀ, ਗੁਮਾਨ, ਤਕੱਬਰ, ਇਹੀ ਕੁਛ ਨਜ਼ਰ ਆ ਰਿਹਾ। ਤਾਕੀਦ ਹੈ ਬੰਦੇ ਨੂੰ ਵੀ ਇਸ ਤੋਂ ਬਚ, ਹੋਰ ਗੱਲਾਂ ਛੱਡ, ਪਿੱਛੇ ਰਹਿ ਜੂਗੀਆਂ, ਤੂੰ ਇਹ ਤੋਂ ਬਚ। ਪ੍ਰਮੁੱਖਤਾ ਇਸ ਗੱਲ ਨੂੰ ਦਿੱਤੀ ਹੈ ਵੀ ਇਹਨੂੰ ਕੱਢ। ਤਰੀਕਾ ਵੀ ਦੱਸ ਦਿੱਤਾ ਵੀ ਸੰਗਤ ਵੀ ਜਾ, ਸੰਗਤ ਜਿੱਥੇ ਗੁਰੂ ਦਾ ਵਰਤਾਰਾ ਹੈ, ਗੁਰਮੁਖਾਂ ਦੀ ਸੰਗਤ ਕਰ, ਹੋਰ ਕੋਈ ਤਰੀਕਾ ਨਹੀਂ। ਜੇ ਤੂੰ ਆਪਣੇ ਵੱਲੋਂ ਕੋਈ ਯੁਕਤੀ ਦਲੀਲ ਸਿਆਣਪ ਕਰੇਗਾ, ਨੋ, ਕੋਈ ਮੈਡੀਟੇਸ਼ਨ ਨੇ ਕੰਮ ਨਹੀਂ ਕਰਨਾ। ਸਰੀਰਕ ਤੌਰ 'ਤੇ ਸਹਾਈ ਹੋ ਸਕਦੀ ਹੈ ਮੈਡੀਟੇਸ਼ਨ, ਪਰ ਜੇ ਤੈਂ ਕੁਛ ਉੱਧਰ ਨੂੰ ਵਧਣਾ ਹੈ ਪਰਮਾਤਮਾ ਵੱਲ ਨੂੰ, ਤਾਂ ਤੂੰ ਸੰਗਤ ਵਿੱਚ ਜਾ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਕਿਉਂਕਿ ਸੰਗਤ ਵਿੱਚ ਨਾਮ ਤੋਂ ਬਿਨਾਂ ਦੂਜੀ ਗੱਲੇ ਨਹੀਂ ਹੋਣੀ। ਸਰੀਰਕ ਪ੍ਰਕਿਰਿਆਵਾਂ ਜਿਹੜੀਆਂ ਹੈ ਯੋਗ ਮਤ ਨਾਲ ਸੰਬੰਧਿਤ ਹੈ, ਹੋਰਾਂ ਨਾਲ ਵੀ ਹੈ, ਸਿੱਧਾਂ ਨਾਲ ਵੀ ਹੈ, ਉਹਦਾ ਕੋਈ ਮਹਾਤਮ ਨਹੀਂ ਗੁਰਬਾਣੀ ਨੇ ਗਾਇਆ, 0% ਵੀ ਨਹੀਂ ਗਾਇਆ ਅਧਿਆਤਮ ਦੇ ਲੇਖੇ 'ਚ। ਸਰੀਰ ਨਾਲ ਹੋ ਸਕਦਾ, ਸਰੀਰ ਨਾਲ ਤਾਂ ਯੋਗਾ ਵੀ ਯੂਜ਼ਫੁੱਲ ਹੈ, ਪਰ ਅਧਿਆਤਮ ਦੇ ਵਿੱਚ ਇਹਦੀ ਕੋਈ ਮਹਿਮਾ ਨਹੀਂ। ਹੁਣ ਅਧਿਆਤਮ ਸ਼ਬਦ ਜਿਹੜਾ ਇਹ ਵੀ ਦੋਹੇ ਰੂਪਾਂ 'ਚ ਆਉਂਦਾ ਗੁਰਬਾਣੀ 'ਚ। ਅਧਿਆਤਮ ਚੰਗੀ ਸੈਂਸ ਵਿੱਚ ਵੀ ਆਉਂਦਾ, ਅਧਿਆਤਮ ਬੁਰੀ ਸੈਂਸ ਵਿੱਚ ਵੀ ਆਉਂਦਾ। ਇਹ ਗੁਰਬਾਣੀ ਦੀ ਲਿਖਤ ਹੈ ਹੀ ਉਹ ਐਸੀ ਹੈ। ਉਹੀ ਸ਼ਬਦ ਨੂੰ ਦੋਨਾਂ ਰੂਪਾਂ 'ਚ ਲਿਆ ਜਾਂਦਾ ਹੈ। ਜਿਵੇਂ ਸਿੰਘ ਸ਼ੇਰ ਨੂੰ ਕਹਿੰਦੇ ਬਹਾਦਰ ਬੰਦਾ ਹੁੰਦਾ, ਸਿੰਘ ਚੰਗਾ ਵੀ ਹੈ, ਸਿੰਘ ਨੂੰ ਮੰਦੇ ਰੂਪ 'ਚ ਵੀ ਗੁਰਬਾਣੀ 'ਚ ਆਇਆ ਹੋਇਆ। ਜਬ ਲਗ ਸਿੰਘ ਰਹਿ ਬਨ ਮਾਹੇ, ਤਬ ਲਗ ਬਨ ਫੂਲੇ ਹੀ ਨਾਹੀ।
ਜਿੰਨਾ ਚਿਰ ਸ਼ੇਰ ਬਣ ਵਿੱਚ ਰਹਿੰਦਾ ਹੈ, ਜਿਉਂਦਾ ਹੁੰਦਾ ਹੈ, ਕੋਈ ਪਸ਼ੂ ਪੰਛੀ ਕੁਸਕ ਨਹੀਂ ਸਕਦਾ, ਸਭ ਆਪਣੇ ਆਪਣੇ ਘੋਨਿਆਂ 'ਚ ਬੈਠੇ ਰਹਿੰਦੇ। ਜਬ ਹੀ ਸਿਆਰ ਸਿੰਘ ਕੋ ਖਾਏ, ਸਿਆਰ ਮੀਨ ਗਿੱਦੜ, ਜਦ ਵੀ ਕੋਈ ਗਿੱਦੜ ਸ਼ੇਰ ਨੂੰ ਖਾ ਜਾਂਦਾ ਹੈ, ਨਿਮਰਤਾ ਰੂਪੀ ਗਿੱਦੜ ਦੀ ਬਾਤ ਹੋ ਰਹੀ ਹੈ। ਨਿਮਰਤਾ ਨਾਲ ਬੜੇ ਬੜੇ ਅਭਿਮਾਨੀਆਂ ਨੂੰ ਢਾਇਆ ਜਾ ਸਕਦਾ ਹੈ। ਤੋ ਜਦ ਵੀ ਕੋਈ ਨਿਮਰਤਾ ਦੇ ਨਾਲ ਆ ਕੇ ਉਸ ਹੰਕਾਰੀ ਸ਼ੇਰ ਨੂੰ ਖਾ ਲੈਂਦਾ ਹੈ, ਸਾਰੇ ਜੀਵ ਜੰਤੂ ਬਾਹਰ ਆ ਕੇ ਕਲੋਲਾਂ ਕਰਦੇ ਆ। ਫਿਰ ਫੂਲ ਰਹੀ ਸਗਲੀ ਬਣ ਰਿਹਾ, ਸਭ ਫੁੱਲ ਫਲ ਮੌਲਦੇ ਆ। ਫਿਰ ਸੋ ਇਹ ਜਿਹੜਾ ਹੁਕਮ ਹੈ, ਇਹ ਹਉਮੈ ਤੋਂ ਬਿਲਕੁਲ ਉਲਟ ਗੱਲ। ਉਹ ਹੁਕਮ ਵਿੱਚ ਆਊਗਾ ਜਿਹਦੀ ਹਉਮੈ ਨਿਕਲ ਗਈ, ਦੂਜਾ ਆ ਹੀ ਨਹੀਂ ਸਕਦਾ। ਭਾਵੇਂ ਨਾ ਲੱਖ ਕਹੀ ਜਾਵੇ, ਨਹੀਂ ਆ ਸਕਦਾ। ਇਹ ਗੁਰੂ ਸਾਹਿਬ ਦਾ ਪੱਕਾ ਫਰਮਾਨ। ਸਮਗਤ ਵਿਚਾਰ 'ਚੋਂ ਇਹ ਗੱਲ ਆਪੇ ਫਿਰ ਪ੍ਰਗਟ ਹੋ ਜਾਣੀ ਹੈ। ਤੋ ਸਾਧ ਸੰਗਤ ਜੀ, ਉਹ ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ। ਸਾਰੀ ਸ੍ਰਿਸ਼ਟੀ ਹੁਕਮ ਵਿੱਚ ਹੈ। ਹੁਕਮ ਤੋਂ ਮਤਲਬ ਹੈ ਉਹ ਚਲਾ ਰਿਹਾ ਤੇ ਦੁਨੀਆ ਚੱਲ ਰਹੀ ਹੈ। ਆਪੇ ਛਿੰਝ ਪਵਾਏ ਮੱਲਾਂ ਖਾੜਾ ਰਚਿਆ। ਹੁਣ ਇਹਨੂੰ ਉਸ ਤਰ੍ਹਾਂ ਨਾਲ ਲੈ ਲਿਓ ਵੀ ਅਸੀਂ ਸਭ ਹੁਕਮ 'ਚ ਹੈ। ਨੋ 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 ਨੋ, ਉਹਦਾ ਹੁਕਮ ਵਰਤ ਰਿਹਾ ਹੈ। ਸਾਨੂੰ ਹੁਕਮ ਹੈ ਵੀ ਤੁਸੀਂ ਉਹਦੇ ਹੁਕਮ ਵਿੱਚ ਆ ਜਾਓ। ਅਸੀਂ ਉਂਝ ਹੁਕਮ 'ਚ ਨਹੀਂ ਹੈ ਉਹਦੇ 'ਚ, ਭਾਵੇਂ ਉਹਦਾ ਹੀ ਹੁਕਮ ਵਰਤ ਰਿਹਾ। ਉਹ ਗੱਲ ਹੈ ਜਿਹਨੂੰ ਭਾਣਾ ਵੀ ਕਿਹਾ ਜਾਂਦਾ, ਵੀ ਉਹਦੇ ਭਾਣੇ 'ਚ ਉਹਦੇ ਹੁਕਮ ਵਿੱਚ ਆ ਜਾਓ ਭਾਈ। ਉਸ ਤੋਂ ਬਿਨਾਂ ਨਹੀਂ ਗੱਲ ਬਣਨੀ। ਹਉਮੈ ਦੇ ਵਿੱਚ ਅਸੀਂ ਸਾਰਾ ਕੁਛ ਕਰ ਰਹੇ ਹਾਂ, ਆਈ ਜਾਂਦੇ ਜਾਈ ਜਾਂਦੇ, 84 ਬਣੀ ਜਾਂਦੀ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈ। ਕੋਈ ਉੱਚਾ ਹੈ, ਕੋਈ ਨੀਵਾਂ ਹੈ, ਸਭ ਉਹਦੇ ਹੁਕਮ ਵਿੱਚ ਹੈ। ਰਾਜੇ ਤੇ ਭੀਖ ਮੰਗਾ ਦਿੰਦਾ, ਭੀਖ ਮੰਗਣੇ ਵਾਲਿਆਂ ਨੂੰ, ਦਾਰੇ ਵਰਗਿਆਂ ਨੂੰ, ਇੱਜ਼ਤ ਚਾਰਨੇ ਵਾਲਿਆਂ ਨੂੰ ਰਾਜੇ ਬਣਾ ਦਿੰਦਾ। ਇੱਕ ਦਾਰੇ ਦੇ ਨਾਂ 'ਤੇ ਇੱਕ ਸਾਖੀ ਯਾਦ ਆਈ। ਦਾਰਾ ਈਰਾਨ ਦਾ ਬਾਦਸ਼ਾਹ ਹੋਇਆ, ਡੇਰੀਅਸ ਲਿਖਿਆ ਉਹਨੂੰ ਅੰਗਰੇਜ਼ਾਂ ਨੇ, ਦਾਰਾ ਕਹਿੰਦੇ। ਪੰਜਾਬ ਵਿੱਚ ਵੀ ਉਹਦੀਆਂ ਗਾਥਾਵਾਂ ਹੈ, ਕਿਉਂਕਿ ਪੰਜਾਬ ਜ਼ਿਆਦਾਤਰ ਪੱਛਮ ਤੋਂ ਹੀ ਰੂਲ ਹੋਇਆ, ਕਾਬਲ ਔਰ ਤਹਿਰਾਨ ਤੋਂ, ਈਰਾਨ ਤੋਂ। ਦਿੱਲੀ ਨਾਲ ਤਾਂ ਸਾਡਾ ਸੰਬੰਧ ਬਹੁਤ ਥੋੜ੍ਹੇ ਸਮੇਂ ਦਾ ਹੈ, 100-200 ਸਾਲ ਦਾ। ਬਾਕੀ ਹਜ਼ਾਰਾਂ ਹੀ ਸਾਲ ਅਸੀਂ ਈਰਾਨ ਵੱਲੋਂ ਔਰ ਅਫਗਾਨਿਸਤਾਨ ਵੱਲੋਂ ਰੂਲ ਹੋਇਆ ਪੰਜਾਬ। ਇਹ ਉਹਨਾਂ ਦੀ ਉਹਦਾ ਇੱਕ ਚੀਫਟੇਨ ਹੁੰਦਾ ਸੀ ਉਹਨਾਂ ਦਾ, ਯਾਨੀ ਜਿੱਕਣ ਗਵਰਨਰ ਹੁੰਦਾ ਜਾਂ ਕੋਈ ਸੂਬੇਦਾਰ ਹੁੰਦਾ ਨਾ, ਉਹ ਨਿਯੁਕਤ ਕਰ ਜਾਂਦਾ ਸੀ ਪੰਜਾਬ 'ਚ। ਫਤਿਹ ਕਰਕੇ ਆਪਣਾ ਉਰੇ ਪ੍ਰਿੰਸੀਪੈਲਿਟੀ ਬਣਾਈ ਹੋਈ ਸੀ, ਰਾਜ ਸੀ ਉਹਨਾਂ ਦਾ। ਤੋ ਇਸੇ ਕਰਕੇ ਸਾਡੀਆਂ ਸਾਂਝਾਂ ਜਿਹੜੀਆਂ ਉਹ ਈਰਾਨ ਦੇ ਨਾਲ ਬਹੁਤ ਹੈ। ਜਿਵੇਂ ਮੱਲ ਹੈ, ਭੋਲਣੇ ਵਾਲੇ ਉਰੇ ਵੀ ਬਹੁਤ ਹੈ, ਉੱਥੇ ਵੀ ਬਹੁਤ ਹੈ, ਹੋਰ ਬੜੀਆਂ ਸਾਂਝਾਂ ਹੈ। ਉਹ ਸ਼ਾਇਦ ਇਸੇ ਕਰਕੇ ਹੈ ਵੀ ਉਹ ਸਾਡੇ ਉੱਤੇ ਰੂਲ ਕਰਦੇ ਰਹੇ। ਔਰ ਇਹ ਗੱਲ ਇਤਿਹਾਸਕ ਵੀ ਹੈ, ਉਸ ਸੰਦਰਭ 'ਚੋਂ ਵੀ ਦੇਖਣੀ ਚਾਹੀਦੀ ਹੈ। ਬਈ ਦਿੱਲੀ ਨੂੰ ਸਮਝ ਆ ਜਾਏ ਇਸ ਗੱਲ ਦੀ, ਬਈ ਇਹ ਸਾਡੇ ਅੰਦਰ ਬਹੁਤਾ ਚਿਰ ਨਹੀਂ ਰਹੇ ਹੈ। ਜਿਹੜੀ ਉਹਨਾਂ ਦੇ ਖਿਆਲ ਪਨਪ ਰਿਹਾ ਨਾ ਵੀ ਅਸੀਂ ਇਹਨਾਂ ਨੂੰ ਕੰਟਰੋਲ ਕਰਕੇ ਰੱਖ ਲਾਂਗੇ, ਦੇਰ ਸਵੇਰ ਉਹ ਗੱਲ ਨੇ ਆਉਣਾ ਹੈ। ਕਿਉਂਕਿ ਖਾਲਸਾ ਜਿਹੜਾ ਉਹ ਮਗਰਮੱਛ ਹੈ, ਖਾਲਸਾ ਸਿੰਘ ਹੈ, ਖਾਲਸਾ ਬਾਜ ਹੈ। ਇਹ ਪਿੰਜਰਿਆਂ 'ਚ ਨਹੀਂ ਰਹਿੰਦੇ ਹੁੰਦੇ। ਕੁਛ ਚਿਰ ਰਹਿ ਜਾਣਗੇ, ਤੋੜ ਮਰੋੜ ਕੇ ਫਿਰ ਬਾਹਰ ਆਉਣਗੇ। ਇਹ ਗੁਰੂ ਦਾ ਖਾਲਸਾ। ਚਲੋ ਉਹ ਵਿਚਾਰ ਤਾਂ ਵਿੱਚ ਆ ਗਈ ਸੀ। ਇਹ ਵੀ ਹੁਕਮ ਵਿੱਚ ਹੀ ਹੈ ਸਾਰਾ ਕੁਛ। ਹੁਕਮ ਦੇ ਵਿੱਚ ਹੀ ਦੁੱਖ ਸੁੱਖ ਉਹਨੇ ਲਿਖ ਕੇ ਪਾਏ ਹੋਏ, ਮੱਥੇ ਦੇ ਲੇਖ ਲਿਖੇ ਹੋਏ। ਕਿਵੇਂ ਹੁਕਮ ਉਹਦਾ ਵਰਤ ਰਿਹਾ, ਭਾਣਾ ਸਾਨੂੰ ਆਪਣਾ ਕਰਨ ਦਾ ਬਲ ਦੇ ਦਿੱਤਾ ਉਹਨੇ। ਹਉਮੈ 'ਚ ਲੋ ਫਸੋ, ਫਿਰ ਫਾਹੀ ਫੱਥ ਹੈ ਕਹੂਗਾ, ਫਿਰ ਪਛਤਾਨਾ ਅਬ ਕਿਆ ਹੁਆ। ਹਉਮੈ 'ਚ ਸਾਨੂੰ ਲਾਇਆ ਹੋਇਆ ਇੱਧਰ ਉੱਧਰ ਨੂੰ। ਸਾਨੂੰ ਲੱਗਦਾ ਵੀ ਅਸੀਂ ਬਿਲਕੁਲ ਠੀਕ ਹੈ, ਦੁੱਖ ਸੁੱਖ ਕਮਾ ਰਹੇ ਹਾਂ। ਹੁਕਮ ਵਿੱਚ ਹੋ ਰਿਹਾ, ਭਾਣਾ ਆਪਣਾ ਚਲਾ ਰਹੇ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈ ਹੈ। ਇਹ ਜਿਹੜਾ ਪਾਈ ਹੈ, ਭਵਾਈ ਹੈ, ਇਹ ਬਹੁਵਚਨ ਕਰਕੇ ਆ ਰਿਹਾ। ਜੇ ਪਾਈਏ ਦੀ ਗੱਲ ਹੁੰਦੀ ਤਾਂ ਆੜੇ ਨੂੰ ਦਲਾਵਾਂ ਹੋਣੀਆਂ ਚਾਹੀਦੀਆਂ ਸੀ, ਔਰ ਹੈ ਬਾਕੀ ਬਾਣੀ 'ਚ ਜਿੱਥੇ ਵੀ ਕਿਤੇ ਇੱਕ ਦੀ ਗੱਲ ਆਊਗੀ। ਇਹ ਜਿਹੜੇ ਹੁਕਮ ਦੇ ਵਿੱਚ ਹੀ ਦੁੱਖ ਸੁੱਖ ਹੈ ਜਿਹੜੇ ਪਾਏ ਹੋਏ ਹੈ, ਕਿਉਂਕਿ ਦੁੱਖ ਔਰ ਸੁੱਖ ਦੋ ਚੀਜ਼ਾਂ ਹੋ ਗਈਆਂ।
और अनेकां ही दुख सुख हैं। फिर ये पाईएं पाए जाते हैं। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਨਾ ਦੇ ਉੱਪਰ ਆਪਣੀ ਬਖਸ਼ਿਸ਼ ਕਰ ਦਿੰਦਾ ਹੈ। ਕਿਸੇ ਸੰਤ ਨਾਲ ਮੇਲ ਕਰਕੇ, ਗੁਰੂ ਨਾਲ ਮੇਲ ਕਰਾ ਕੇ, ਗੁਰਬਾਣੀ ਨਾਲ ਮੇਲ ਕਰਾ ਕੇ, ਸੰਗਤ ਦੇ ਰਾਹੀਂ ਉਹਨਾਂ ਦਾ ਆਧਾਰ ਵੀ ਕਰ ਦਿੰਦਾ, ਉਹਨਾਂ ਪਰ ਬਖਸ਼ਿਸ਼ ਕਰ ਦਿੰਦਾ। ਉਹ ਹੈ ਬਖਸ਼ਿਸ਼। ਸੰਸਾਰੀ ਲੋਕ ਸਮਝਦਾ ਮੇਰੇ ਉੱਤੇ ਬੜਾ ਬਰਸਿਆ ਹੋਇਆ ਮਹਾਰਾਜ, ਬੜਾ ਮੈਨੂੰ ਪਦਾਰਥ ਦੇਦਾ। ਠੀਕ ਹੈ ਭਾਈ, ਇਹ ਵੀ ਉਹਦੀ ਕਿਰਪਾ ਹੀ ਹੈ, ਪਰ ਅਸਲੀ ਕਿਰਪਾ ਉਹਦੀ ਤਾਂ ਹੋਣੀ ਹੈ ਜੇ ਸਾਨੂੰ ਆਪਣੇ ਨਾਲ ਜੋੜ ਲਵੇ, ਉਹਨੂੰ ਬਖਸ਼ਿਸ਼ ਕਹਿੰਦੇ। ਇੱਕ ਹੁਕਮੀ ਸਦਾ ਭਵਾਈ ਹੈ। ਇੱਕ ਸਾਡੇ ਵਰਗੇ 84 ਦੇ ਗੇੜ 'ਚ ਪਾਏ ਹੋਏ, ਪਤਾ ਨਹੀਂ ਕਿੰਨੇ ਸਦੀਆਂ ਯੁੱਗ ਹੋ ਗਏ, ਆਈ ਜਾਂਦੇ ਜਾਈ ਜਾਂਦੇ ਸਦਾ ਵਾਸਤੇ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਸਭ ਉਹਦੇ ਹੁਕਮ ਵਿੱਚ ਹੋ ਰਿਹਾ, ਬਾਹਰ ਉਹ ਤੋਂ ਕੋਈ ਨਹੀਂ ਹੈ। ਇੱਕ ਪੱਤਾ ਵੀ ਨਹੀਂ ਹਿਲ ਸਕਦਾ ਉਹਦੇ ਹੁਕਮ ਤੋਂ ਬਿਨਾਂ। ਅਗਰ ਹਿਲਦਾ ਹੈ ਤਾਂ ਉਹਦਾ ਹੁਕਮ ਹੈ ਉਹ ਹਿਲਣ ਵਾਸਤੇ। ਅਗਰ ਸਾਡੀ ਕੋਈ ਖਾਹਿਸ਼ ਪੂਰੀ ਕਰਦਾ ਹੈ ਤਾਂ ਇਹ ਉਹਦਾ ਹੁਕਮ ਹੈ। ਗੋਡ ਵਿਲਸ ਲਾਈਕ ਦੈਟ। ਅਗਰ ਨਹੀਂ ਕੋਈ ਗੱਲ ਹੁੰਦੀ ਹੈ, ਇਹ ਵੀ ਉਹਦਾ ਹੁਕਮ ਹੈ। ਨਾਨਕ ਹੁਕਮ ਹੈ ਜੇ ਬੁੱਝੈ, ਤਾਂ ਹਉਮੈ ਕਹੈ ਨਾ ਕੋਇ। ਜੇ ਇਸ ਹੁਕਮ ਨੂੰ ਪਛਾਣ ਲਵੇ ਨਾ ਬੰਦਾ, ਬੁੱਝ ਲਵੇ। ਸਾਰੀ ਗੁਰਬਾਣੀ ਬੁੱਝਣ ਖਾਤਰੇ ਤਾਂ ਬੰਦੇ ਨੂੰ ਤਾਕੀਦ ਕਰਦੀ ਹੈ। ਫਿਰ ਹਉਮੈ ਕਹਿਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਹਉਮੈ 'ਚ ਵਿਚਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਜੇ ਹੁਕਮ ਨੂੰ ਬੁੱਝ ਲਵੇ। ਹੁਕਮ ਤੂੰ ਹੀ ਸਭ ਕੁਛ ਹੈ, ਤੂੰ ਕਰ ਰਿਹਾ। ਜਦ ਮੈਂ ਕੁਛ ਹੈ ਹੀ ਨਹੀਂ, ਮੈਂ ਕੋਈ ਕਰ ਹੀ ਨਹੀਂ ਸਕਦਾ। ਜੋ ਕੁਛ ਵੀ ਕਰ ਰਿਹਾ ਹੈ ਉਹ ਤੂੰ ਕਰਾ ਰਿਹਾ, ਤੇ ਫਿਰ ਹਉਮੈ ਕਿੱਥੇ ਰਹਿ ਜੂ? ਫਿਰ ਨਿਕਲਣੀ ਹੈ। ਤੂੰ ਵਿੱਚ ਹੁਕਮ ਹੈ, ਮੈਂ ਵਿੱਚ ਹਉਮੈ ਹੈ। ਹਉਮੈ ਔਰ ਹੰਕਾਰ 'ਚ ਸਾਧ ਸੰਗਤ ਜੀ ਉਹੀ ਅੰਤਰ ਹੁੰਦਾ। ਹੰਕਾਰ ਹਉਮੈ ਦੀ ਪ੍ਰਬਲ ਅਵਸਥਾ ਹੁੰਦੀ ਹੈ, ਜਿਹੜੀ ਕਿਸੇ ਕਿਸੇ 'ਚ ਹੁੰਦੀ ਹੈ। ਕੌਰਵਾਂ 'ਚ ਸੀਗੀ, ਰਾਵਣ 'ਚ ਸੀਗੀ। ਤੋ ਜਿਹੜੀ ਹਉਮੈ ਇਹ ਸਭ ਵਿੱਚ ਹੈ। ਈਚ ਐਂਡ ਐਵਰੀ ਹਿਊਮਨ ਬੀਇੰਗ, ਸਭ ਦੇ ਅੰਦਰ ਹਉਮੈ। ਗਿਆਨੀਆਂ ਦੇ, ਪਾਠੀਆਂ ਦੇ, ਕਥਾਕਾਰਾਂ ਦੇ ਵੀ ਹੈ, ਕਲਾਕਾਰਾਂ ਦੇ ਵੀ ਹੈ, ਟੀਚਰਾਂ ਦੇ, ਪ੍ਰੋਫੈਸਰਾਂ ਦੇ, ਸਭ ਦੇ। ਇਹ ਉਹਨੇ ਪਾਈ ਹੋਈ ਹੈ ਹੁਕਮ। ਇਹਦੇ 'ਚੋਂ ਕੱਢਣਾ ਵੀ ਉਹਨੇ ਆਪੇ ਹੀ ਹੈ, ਗੁਰੂ ਦੇ ਰਾਹੀਂ। ਤੋ ਇਹ ਜਿਹੜੀ ਹਉਮੈ ਉਹਨੇ ਪਾਈ ਹੈ ਬਰੀਕੀ ਨਾਲ, ਜਿਹੜੀ ਸਾਨੂੰ ਪਤਾ ਵੀ ਨਹੀਂ ਲੱਗਦਾ ਵੀ ਵੀ ਆਰ ਈਗੋ, ਵੈਨਿਟੀ, ਕਨਸੀਟ, ਇਹ ਸਾਰੀ ਉਹਦੇ ਹੁਕਮ ਵਿੱਚ ਹੀ ਹੈ। ਜੇ ਇਹ ਨਿਕਲੂਗੀ ਤਾਂ ਰੱਬ ਦਾ ਮਿਲਾਪ ਹੋਣਾ, ਅਦਰਵਾਈਜ਼ ਨਹੀਂ। ਹੰਕਾਰ ਨੂੰ ਸਭ ਬੁਰਾ ਗਿਣਦੇ ਆਪਾਂ ਵੀ। ਜਦੇ ਕਹਿ ਦਿੰਦੇ ਰਾਵਣ ਹੰਕਾਰੀ ਤਾਂ ਕੌਰਵ ਹੰਕਾਰੀ, ਠੀਕ ਹੈ। ਹੰਕਾਰ ਨੂੰ ਬੁਰਾ ਗਿਣਦੇ, ਲੇਕਿਨ ਹਉਮੈ ਬਰਦਾਸ਼ਤ ਕਰਦੇ ਆ ਸਭ ਇੱਕ ਦੂਜੇ ਦੀ, ਕਿਉਂਕਿ ਸਾਰਿਆਂ ਦੇ ਵਿੱਚ, ਸਾਡੇ 'ਚ ਵੀ ਹੈ, ਉਹਦੇ 'ਚ ਵੀ ਹੈ, ਇਹਦੇ 'ਚ ਵੀ ਹੈ, ਸਭ 'ਚ। ਤੋ ਇਹ ਵੀ ਕੱਢਣੀ। ਫਿਰ ਗੁਰਬਾਣੀ ਨੇ ਦੱਸਿਆ ਸਾਨੂੰ ਵੀ ਫਿਰ ਮਿਲਾਪ ਹੋ ਸਕਦਾ, ਅਦਰਵਾਈਜ਼ ਨਹੀਂ ਹੋ ਸਕਣਾ ਭਾਈ। ਕਿਸੇ ਕਰਮ ਵਿਸ਼ੇਸ਼ ਨਾਲ ਤਾਂ ਕਮ ਸੇ ਕਮ ਬਿਲਕੁਲ ਨਹੀਂ ਹੋ ਸਕਦਾ। ਨਾਨਕ ਨਾਮ ਮਿਲੇ ਗੁਣ ਗਾਏ, ਗੁਣ ਕਹੋ ਹਰਿ ਲਓ। ਗੁਣ ਕਹਿ ਦੇ ਹਰੀ ਨੂੰ ਪਾਲੇ। ਗੁਰਬਾਣੀ ਦਾ ਫਰਮਾਨ ਹੈ, ਗੁਣ ਕਹੋ ਹਰਿ ਲਓ। ਨਾਮ ਗੁਣਾਂ ਨੂੰ ਗਾ ਕੇ, ਉਹਨੂੰ ਵੱਡਾ ਕਰਕੇ, ਉਹਨੂੰ ਵੱਡਾ ਕਰਨ ਦਾ ਮਤਲਬ ਇਹ ਨਹੀਂ ਵੀ ਉਹਨੇ ਵੱਡਾ ਹੋ ਜਾਣਾ, ਉਹ ਤਾਂ ਹੀ ਉਹ ਹੈ ਵੱਡਾ। ਸਾਡਾ ਆਪਣਾ ਆਪ ਨੂੰ ਨੀਵੇਂ ਦੀ ਭਾਵਨਾ ਆਉਂਦੀ ਹੈ, ਦੂਜੇ ਨੂੰ ਵੱਡਾ ਆਖਣ 'ਚ ਸਾਨੂੰ ਨੀਵਾਂਪਣ ਆਉਂਦਾ। ਆਹ ਭਾਵ ਹੈ ਉਹਦਾ ਵੀ ਉਹਦੇ ਗੁਣ ਗਾਉਣੇ। ਜਦ ਗੁਣ ਗਾਉਣੇ ਆ, ਉਹਦੀ ਵਡਿਆਈ ਕਰਨੀ ਹੈ, ਤਾਂ ਸਾਨੂੰ ਆਪਣੇ ਆਪ ਦੀ ਆਪਣੀ ਜਿਹੜੀ ਅਲਪੱਗਤਾ ਹੈ ਉਹਦਾ ਅਹਿਸਾਸ ਹੁੰਦਾ। ਅਤੇ ਇਹੀ ਅਹਿਸਾਸ ਕਰਾਉਣਾ ਗੁਰਬਾਣੀ ਨੇ, ਇਹੀ ਬੁੱਝਣਾ ਹੈ। ਜਦੋਂ ਬੁੱਝਣਾ ਆ ਗਿਆ, ਫਿਰ ਹੁਕਮ ਦੀ ਸਮਝ ਆ ਜਾਣੀ ਹੈ। ਹਉਮੈ ਨੇ ਆਪਣੇ ਆਪੇ ਛੱਡ ਕੇ ਲੰਘ ਜਾਣਾ। ਤੋ ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਦੇ ਨਹੀਂ ਨਾਸੀ, ਕਦੇ ਨਹੀਂ ਨਾਸੀ। ਮੈਂ ਗਿਆਨੀ ਹੈ, ਮੈਂ ਗੁਣੀ ਹੈ, ਮੈਂ ਸੂਰਮਾ ਹੈ, ਮੈਂ ਦਾਤਾ ਹੈ, ਦਾਨੀ ਹੈ। ਔਰ ਸਾਧ ਸੰਗਤ ਜੀ ਇੱਕ ਵਿਚਾਰ ਕਰਕੇ ਸਮਾਪਤੀ ਕਰੀਏ ਵੀ ਜਿਹੜੀ ਦੁਨੀਆਦਾਰੀ ਦੀ ਵਿਚਾਰ ਹੈ ਉਹ ਹੋਰ ਹੈ। ਦੁਨੀਆ 'ਚ ਆਪਾਂ ਨੂੰ ਇਹ ਮਿਲਦਾ, ਤੁਲਸੀਦਾਸ ਜੀ ਨੇ ਫਰਮਾਇਆ ਵੀ ਜਨਨੀ ਜਨੈ ਤਾਂ ਭਗਤ ਜਨ, ਕੈ ਦਾਤਾ ਕੈ ਸੂਰ, ਨਹੀਂ ਤਾਂ ਜਨਨੀ ਬਾਂਝ ਰਹਿ, ਕਾਹੇ ਗਵਾਵੇ ਨੂਰ। ਨਾ ਜੰਮੇ ਉਹਦੇ ਨਾਲੋਂ ਤਾਂ ਜੇ ਇਹਨਾਂ ਤਿੰਨਾਂ ਚਾਰਾਂ 'ਚ ਭਗਤ, ਸੂਰਮਾ, ਦਾਨੀ।
ਇਹਨਾਂ ਨੂੰ ਜਨਮ ਦੇਵੇ ਫਿਰ ਉਹ ਸਫਲ ਹੈ ਉਹਦੀ ਕੁੱਖ, ਅਦਰਵਾਈਜ਼ ਤਾਂ ਉਹ ਨਾ ਹੀ ਜੰਮੇ ਤਾਂ ਚੰਗਾ ਹੈ। ਬਾਕੀ ਦੁਨੀਆ ਬਾਰੇ ਚ ਕਿਹਾ, ਪਰ ਇਹ ਜਿਹੜਾ ਖਿਆਲ ਹੈ ਇਹ ਗੁਰਬਾਣੀ ਦੀ ਕਸਵੱਟੀ ਪਰ ਪੂਰਾ ਨਹੀਂ ਉਤਰਦਾ। ਕਿਵੇਂ? ਭਗਤ ਰਵਿਦਾਸ ਜੀ ਨੇ ਸਮਝਾਈ ਇਹ ਗੱਲ ਵੀ ਜਿੰਨਾ ਵੀ ਕੋਈ ਦਾਤਾ ਬਣਦਾ ਹੈ, ਕੋਈ ਵੀ ਗਿਆਨੀ ਬਣਦਾ, ਗੁਣਾਂ ਵਾਲਾ ਬਣਦਾ ਹੈ, ਕੋਈ ਸੂਰਮਾ ਬੜੀਆਂ ਬੜਿਆ ਮਤਲਬ ਹੈ ਨਿਡਰ ਹੋ ਕੇ ਲੜਾਈ ਕਰਦਾ ਹੈ, ਸੂਰਮਤਾਈ ਕਰਦਾ ਹੈ, ਦੁਨੀਆ ਵਾਹ ਵਾਹ ਕਰਦੀ ਹੈ, ਉਹਦੀ ਕੋਈ ਅਹਿਮੀਅਤ ਨਹੀਂ ਹੈ ਅੱਗੇ ਭਾਈ। ਕੇਵਲ ਔਰ ਕੇਵਲ ਭਗਤ ਦੀ ਮਾਨਤਾ ਹੈ। ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਭਗਤ ਦੇ ਬਰਾਬਰ ਇਹ ਕੁਛ ਨਹੀਂ ਹੋ ਸਕਦੇ ਜਿਹੜੇ ਸਾਰੇ ਗਿਣੇ। ਪੰਡਤ ਮੈਨੇ ਵਿਦਵਾਨ, ਸੂਰਮਾ, ਛਤਰਪਤੀ ਰਾਜਾ, ਬੜਾ ਰਾਜਾ, ਰਾਜਿਆਂ ਦਾ ਵੀ ਰਾਜਾ, ਦੁਨੀਆਦਾਰੀ ਕੋਈ ਨਹੀਂ ਭਗਤ ਦੇ ਬਰਾਬਰ ਹੋ ਸਕਦਾ। ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਉੱਥੇ ਇਹ ਗੱਲ ਨਹੀਂ ਚੱਲਣੀ ਵੀ ਮੈਂ ਬੜਾ ਸੂਰਮਾ ਤਾ ਜੀ, ਦੁਨੀਆ ਨੇ ਮੈਨੂੰ ਬਹੁਤ ਵਡਿਆਇਆ, ਮੈਂ ਬਹੁਤ ਬੜਾ ਦਾਨੀ, ਮੈਂ ਦੁਨੀਆ ਨੂੰ ਇੰਨਾ ਦਾਨ ਕਰਕੇ ਆਇਆ। ਨਹੀਂ ਭਾਈ, ਇਹ ਨਹੀਂ ਚੱਲਣੀ। ਨਾਮ ਦਾ ਕੋਈ ਕਿਣਕਾ ਹੈ ਤਾਂ ਗੱਲ ਕਰਨੀ ਪੈ ਜਾ ਲੰਬਾ, ਫਿਰ ਚੜਾਓ ਬਈ ਪਟਾ ਫਿਰ ਉਹ ਧਰਮਰਾਜ ਦਾ ਡੰਡਾ ਲੱਗਣਾ ਹੀ ਲੱਗਣਾ। ਸਾਰੀਆਂ ਕਰਤੂਤਾਂ ਜਿਹੜੀਆਂ ਅਸੀਂ ਕਰਦੇ ਹਾਂ ਧਰਮ ਦੇ ਨਾਂ ਪਰ, ਸਾਰੀਆਂ ਪਰ ਡੰਨ ਲੱਗਣਾ ਇਹਨਾਂ ਪਰ। ਐਕਸੈਪਟਿੰਗ ਜਿਹੜੀ ਪਰਮਾਤਮਾ ਦੀ ਵਡਿਆਈ ਹੈ, ਗੁਰੂ ਦੇ ਗੁਣਗਾਨ ਹੈ, ਉਹਨੂੰ ਨਹੀਂ ਧਰਮਰਾਜ ਕੁਛ ਵੀ ਕਹਿ ਸਕਦਾ। ਉੱਥੇ ਤਾਂ ਉਹਨੂੰ ਜਿੰਨਾ ਵੀ ਉਹਨੇ ਕਰਿਆ ਆਪਣੀ ਜ਼ਿੰਦਗੀ 'ਚ ਉਹਦਾ ਫਲ ਉਹਨੂੰ ਦੇਣਾ ਹੀ ਪੈਣਾ, ਉਨੀ ਉਹਨੂੰ ਖਲਾਸੀ ਹੋ ਜਾਣੀ ਹੈ ਉਹਦੀ। ਇੱਕ ਸੁਣਨ ਨੂੰ ਮਿਲੀ ਸੀ ਸਾਨੂੰ 10ਵੀਂ 11ਵੀਂ 'ਚ ਪੜ੍ਹਦੇ ਸੀ, ਟੀਚਰ ਨੇ ਸੁਣਾਈ ਸੀ ਗੱਲ। ਕਹਿੰਦੇ ਜੀ ਕੋਈ ਬੰਦੇ ਨੇ ਅੱਧੇ ਕੁ ਘੰਟੇ ਖਾਤਰ ਕੋਈ ਸੰਗਤ ਕਰ ਲਈ ਕਿਸੇ ਮਹਾਂਪੁਰਸ਼ ਦੀ, ਉਹਨੇ ਉਹਨੂੰ ਗੱਲ ਸਮਝਾਤੀ ਵੀ ਜਦ ਤੈਨੂੰ ਨਰਕ ਵੀ ਤਾਂ ਉਹਨਾਂ ਨੇ ਸੁੱਟਣਾ ਹੀ ਸੁੱਟਣਾ, ਸਾਰੀ ਉਮਰ ਇੱਕਣ ਲੰਘੀ ਹੈ, ਪਰ ਤੈਂ ਅੱਧਾ ਘੰਟਾ ਸੰਗਤ ਕਰ ਲਈ, ਤੈਨੂੰ ਇਹਦਾ ਫਲ ਮਿਲੂਗਾ। ਉਹਨਾਂ ਦੀ ਗੱਲਾਂ ਦੇ ਮੁਤਾਬਕ ਵੀ ਸਵਰਗ ਮਿਲੂਗਾ। ਹਾਲਾਂਕਿ ਨਰਕ ਸਵਰਗ ਦਾ ਗੁਰਬਾਣੀ ਨਾਲ ਕੋਈ ਤਾਲੁਕ ਨਹੀਂ ਹੈ। ਸਾਡੇ ਵਾਸਤੇ ਗੁਰੂ ਦੇ ਚਰਨ ਹੀ ਸਵਰਗ ਹੈ, ਜੇ ਚਰਨ ਨਹੀਂ ਹੈ ਤਾਂ ਨਰਕ ਹੈ। ਸੋ ਉਹ ਚਲਾ ਗਿਆ, ਨਰਕ ਵਿੱਚ ਸਿੱਟ ਦਿੱਤਾ, ਸਿੱਟਣਾ ਸੀ ਮਤਲਬ ਉਹਨੂੰ। ਸਵਾਲ ਜਵਾਬ ਹੋ ਰਹੇ ਸੀ ਵੀ ਦੱਸੋ ਭਾਈ ਦਾ ਪੱਤਰ ਹੀ ਕੱਢੋ ਹਿਸਾਬ ਦਾ। ਉਹ ਕਹਿੰਦੇ ਜੀ ਅੱਧੇ ਘੰਟੇ ਖਾਤਰ ਇਹਨੇ ਗੁਣ ਵੀ ਗਾਏ, ਸੰਗਤ ਕਰੀ ਹੈ। ਕਹਿੰਦੇ ਅੱਛਾ ਭਾਈ, ਇਹਦਾ ਤਾਂ ਇਹਨੂੰ ਦੇਣਾ ਪੈਣਾ, ਦੱਸ ਬਈ ਕਿਆ ਕਰਿਆ ਜਾਵੇ ਤੇਰੇ ਨਾਲ। ਉਹ ਮਹਾਂਪੁਰਸ਼ ਨੇ ਸਮਝਾਇਆ ਹੋਇਆ ਸੀ ਵੀ ਪਹਿਲਾਂ ਹੀ ਮੰਗ ਲਈ ਅੱਧੇ ਘੰਟੇ ਦਾ ਸੁਰਗ, ਫਿਰ ਤੈਨੂੰ ਸੁਰਗ ਵਿੱਚ ਇਹ ਜਾ ਨਹੀਂ ਸਕਦੇ ਜਿਹੜੇ ਇਹਦੇ ਦੂਤ ਹੈ, ਜਮ ਕਿੰਕਰ ਹੈ, ਧਰਮਰਾਜ ਦੇ ਦੂਤ ਹੈ ਜਿਹੜੇ, ਇਹ ਅੰਦਰ ਨਹੀਂ ਵੜ ਸਕਦੇ ਨਰਕ ਵਿੱਚ। ਪਏ ਬਾਹਰ ਤੇ ਹਾਕਾਂ ਮਾਰੀ ਜਿਵੇਂ ਕਹਿੰਦੀ ਮੈਂ ਨਹੀਂ ਆਉਣਾ, ਕਰ ਕੋ ਸਕਦੇ ਨਹੀਂ। ਇੱਕ ਕਹਿਣ ਦੀ ਗੱਲ ਹੈ, ਨਾਮ ਦੀ ਵਡਿਆਈ ਦੀ ਗੱਲ ਹੈ। ਤਾਂ ਉਹਨੂੰ ਸੁਰਗ ਦੇ ਵਿੱਚ ਪਾ ਦਿੱਤਾ। ਜਦ ਉਹਦਾ ਪੂਰਾ ਹੋਇਆ ਫਲ ਮਿਲ ਕੇ ਬਾਹਰ ਖੜੇ ਹਾਕਾਂ ਮਾਰੀ ਜਿਵੇਂ ਵੀ ਆ ਜਾ ਬਾਹਰ ਆ ਜਾ, ਤੇਰਾ ਉੱਧਰ ਭੇਜਣਾ ਤੈਨੂੰ। ਉਹ ਕਹਿੰਦਾ ਮੈਂ ਨਹੀਂ ਆਉਣਾ, ਉਹ ਅੰਦਰ ਵੜ ਨਹੀਂ ਦੇ ਸਕਦੇ। ਫਿਰ ਕਿਆ ਕਰਦੇ ਹੋ? ਕਿਉਂਕਿ ਇਹ ਗੱਲ ਗੁਰਬਾਣੀ 'ਚ ਵੀ ਆਉਂਦੀ ਹੈ ਵੀ ਧਰਮਰਾਜ ਨੂੰ ਲੇਖਾ ਫਾੜਨਾ ਪੈਂਦਾ ਆਪਣੇ ਜਿਹੜੇ ਉਹਦੇ ਸੇਵਕ ਬਣ ਜਾਂਦੇ, ਜਿਨ੍ਹਾਂ ਦੀ ਹਉਮੈ ਟੁੱਟ ਜਾਂਦੀ ਹੈ, ਗੁਣ ਗਾਉਣ ਲੱਗ ਜਾਂਦੇ ਆ, ਧਰਮਰਾਜ ਨੂੰ ਕਾਗਜ਼ ਪਾੜਨੇ ਪੈ ਜਾਂਦੇ ਆਪਣੇ। ਧਰਮਰਾਜ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਜਿਹੜੇ ਦੂਜੇ ਫੌਜ ਲੱਗੇ ਵੇ ਦੁਆਇਤ ਵਿੱਚ ਹੈ, ਉਹਨਾਂ ਪਰ ਤੇਰੀ ਸਰਕਾਰ ਪੂਰੀ ਹੈ, ਤੈਨੂੰ ਹੁਕਮ ਹੈ। ਲਾ ਫੇਰ ਡੰਡਾ ਇਹਨਾਂ ਦਾ, ਫਿਰ ਸਿੱਟ ਇਹਨਾਂ ਨੂੰ ਵਾਰ-ਵਾਰ ਜੂਨੀਆਂ 'ਚ। ਪਰ ਅਧਿਆਤਮੀ ਹਰ ਗੁਣਤਾਸ, ਮਨ ਜਪੈ ਏਕ ਮੁਰਾਰ, ਤਿਨ ਕੀ ਸੇਵਾ ਧਰਮ ਰਾਏ ਕਰੈ, ਧਨ ਸਵਾਰਨ। ਜਿਹੜੇ ਅਧਿਆਤਮੀ ਪੁਰਸ਼ ਹੈ ਉਹਦੀ ਸੇਵਾ ਕਰਦੇ ਹੈ, ਉਹਦੇ ਗੁਣ ਗਾਉਂਦੇ, ਉਸ ਗੁਣਤਾਸ ਨੂੰ ਯਾਦ ਕਰਦੇ, ਤਿਨ ਕੀ ਸੇਵਾ ਧਰਮ ਰਾਏ ਕਰੇ, ਧਨ ਸਵਾਰਨ। ਹੇ ਵਾਹਿਗੁਰੂ, ਤੇਰੀਆਂ ਬਖਸ਼ਾਂ ਦਾ ਅੰਤ ਨਹੀਂ, ਤੂੰ ਬੇਅੰਤ ਹੈ। ਉਹਨਾਂ ਦੀ ਸੇਵਾ ਧਰਮਰਾਜ ਨੂੰ ਕਰਨੀ ਪੈਂਦੀ ਹੈ। ਦੇਖੋ ਤਾਂ ਸਹੀ ਕਿਆ ਵਿਧਾਨ ਬਣਾਇਆ ਦਾਤੇ ਨੇ। ਹੁਣ ਇਹ ਵਿਧਾਨ ਆਪਾਂ ਨੂੰ ਗੁਰੂਆਂ ਨੇ ਔਰ ਭਗਤਾਂ ਨੇ ਸਮਝਾਇਆ, ਸਾਡਾ ਮੰਨਣਾ ਫਰਜ਼ ਬਣਦਾ। ਤੋ ਅਧਿਆਤਮ ਸ਼ਬਦ ਜਿਹੜਾ ਹੈ ਨੈਗੇਟਿਵ ਸੈਂਸ ਵਿੱਚ ਵੀ ਆਇਆ ਗੁਰਬਾਣੀ 'ਚ। ਅਧਿਆਤਮ ਕਰਮ ਜੇ ਕਰੇ, ਨਾਮ ਨ ਕਬਹਿ ਪਾਏ।
ਗੁਰ ਕੈ ਸ਼ਬਦ ਜੀਵਤ ਮਰੈ, ਹਰ ਨਾਮ ਵਸੈ ਮਨ ਆਏ। ਜੇ ਭਾਈ ਅਸੀਂ ਆ ਜਿਹੜਾ ਸੋ ਕਾਲ ਦਾ ਅਧਿਆਤਮ ਕਰਮ ਹੈ, ਜੇ ਅਸੀਂ ਇਹ ਕਰਦੇ ਹਾਂ ਜਿਹੜਾ ਸਿਰਫ ਆਤਮਾ ਤੱਕ ਜਾਂਦਾ ਹੈ, ਦੁਆਇਤ ਵਿੱਚ ਹੁੰਦਾ ਹੈ, ਨਾਮ ਨਹੀਂ ਮਿਲਦਾ ਕਦੇ ਵੀ, ਨਾਮ ਨਹੀਂ ਪੈਦਾ ਹੋਣਾ ਇਹਨਾਂ ਦੇ ਨਾਲ, ਕਿਉਂਕਿ ਇਹ ਸਾਰੇ ਹੀ ਕਰਮ ਪੈਰੀਸ਼ੇਬਲ ਹੈ, ਇਹ ਵਿਰਸਣਯੋਗ ਹੈ। ਜੇ ਗੁਰੂ ਦੇ ਸ਼ਬਦ ਦੇ ਰਾਹੀਂ ਮਨ ਮਰ ਗਿਆ, ਮਨ ਮਰਨਾ ਕਦੋਂ ਹੈ? ਜਦੋਂ ਕਿਰਪਾ ਪਰਮਾਤਮਾ ਦੀ ਔਰ ਗੁਰੂ ਦੀ ਵਰਸਣੀ ਹੈ ਨਾ, ਸੰਗਤ ਨਾਲ ਜੋੜ ਕੇ ਮਨ ਨੂੰ ਅੰਦਰੋਂ ਮੈਂ ਟੁੱਟ ਜਾਣੀ ਹੈ, ਨਾਮ ਪ੍ਰਗਟ ਹੋ ਜਾਣਾ, ਨਿਰਮਲ ਭਾਵ ਪ੍ਰਗਟ ਹੋ ਜਾਣਾ। ਗੁਰ ਕੈ ਸ਼ਬਦ ਜੀਵਤ ਮਰੈ, ਇਹ ਜਿਉਂਦੇ ਜੀ ਹੋਣਾ, ਇਹ ਮਰਨੇ ਤੋਂ ਬਾਅਦ ਨਹੀਂ ਹੋਣਾ ਭਾਈ। ਕਈ ਧਰਮਾਂ 'ਚ ਇਹ ਵੀ ਖਿਆਲ ਹੈ ਵੀ ਮਰੇ ਤੋਂ ਬਾਅਦ ਹੁੰਦਾ ਹੈ ਸਾਰਾ ਕੁਝ। ਨਹੀਂ ਨਹੀਂ, ਜਿਉਂਦੇ ਜੀ, ਓਪਨ ਰੈਲੀਜਨ, ਜਿਵੇਂ ਬਰਗਸਰ ਨੇ ਕਹੀ ਇਹ ਗੱਲ ਵੀ ਇੱਥੇ ਹੋ ਜਾਣਾ ਇਹ ਸਾਰਾ ਕੁਝ। ਜਿਉਂਦੇ ਜੀ ਬੰਦੇ ਨੇ, ਜਦ ਹਉਮੈ ਮਰ ਗਈ ਉਹਨੂੰ ਕਹਿੰਦੀ ਹੈ ਗੁਰਬਾਣੀ ਵੀ ਹਉਮੈ ਮਰ ਗਈ, ਜਦੀ ਹਉਮੈ ਮਰ ਗਈ ਵੀ ਇਹ ਜੀਵਤ ਮ੍ਰਿਤਕ ਹੋ ਗਿਆ। ਜੀਵਤ ਮ੍ਰਿਤਕ ਸੋ ਆਖੀਐ, ਜਿਸ ਵਿੱਚੋਂ ਹਉਮੈ ਜਾਏ। ਜਿਹਦੀ ਹਉਮੈ ਨਿਕਲ ਗਈ ਉਹ ਜੀਵਤ ਮ੍ਰਿਤਕ ਹੋ ਗਿਆ। ਜਿਉਂਦੇ ਜੀ ਉਹਨੂੰ ਉਹ ਮਰ ਗਿਆ, ਉਹਨੂੰ ਉਹ ਦਰਜਾ ਮਿਲ ਗਿਆ, ਉਹ ਪਰਮਾਤਮਾ ਦੇ ਨਾਲ ਜਿਉਂਦੇ ਜੀ ਮੇਲ ਹੋ ਗਿਆ। ਮਰਨੇ ਤੋਂ ਬਾਅਦ ਦੀ ਗੱਲ ਨਹੀਂ ਗੁਰਬਾਣੀ ਨੇ ਪਾਈ, ਨਗਦੋ ਨਗਦੀ ਦਾ ਸੌਦਾ ਹੈ। ਤਾਂ ਚਲਿਏ, ਬਹੁਤ ਹੋ ਗਿਆ, 22-23 ਹੋ ਚੱਲੇ ਮਿੰਟ, ਸਮਾਪਤੀ ਕਰੀਏ। ਕੋਈ ਅਪਸ਼ਬਦ ਦੀ ਖਿਮਾ ਦੀ ਦਾਸਰਾ ਅਗੇਨ ਐਂਡ ਅਗੇਨ ਮੰਗ ਕਰਦਾ। ਅਸੀਸ ਵੀ ਆਪ ਜੀ ਭਰ ਭਰ ਕੇ ਦੇ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੇਮ ਕਸਾਈ ਪਿਆਰੀ ਸਾਧ ਸੰਗਤ ਜੀਓ, ਸਤਿਗੁਰਾਂ ਦਾ ਧੰਨਵਾਦ ਕਰਦੇ ਹੋਏ ਅੱਗੇ ਚੱਲੀਏ, ਵਿਚਾਰ ਨੂੰ ਵਧਾਈਏ ਅੱਗੇ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲੈ ਫਿਰਦੇ, ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾਦਰਾ ਦੂਰ, ਕਤਨਾ ਕਥੀ ਨ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥੱਕ ਪਾਹੈਂ, ਜੁਗਾ ਜੁਗੰਤਰ ਖਾਹੀ ਖਾਹੈਂ, ਹੁਕਮੀ ਹੁਕਮ ਚਲਾਏ ਰਾ, ਨਾਨਕ ਬਿਗਸੈ ਬੇਪਰਵਾਹ। ਸੰਗਤ ਜੀਓ, ਸਤਸੰਗੀ ਜਨੋ, ਕੋਈ ਤੈਨੂੰ ਗਾਉਂਦਾ ਹੈ ਵੀ ਤੂੰ ਬਹੁਤ ਸ਼ਕਤੀਸ਼ਾਲੀ ਹੈ, ਔਰ ਤੂੰ ਉਸ ਨੂੰ ਤਾਣ ਬਖਸ਼ਦਾ ਜਿਹੜਾ ਤੈਨੂੰ ਇਸ ਕਰਕੇ ਇੱਕਣ ਗਾਉਂਦਾ ਹੈ ਵੀ ਤੂੰ ਬਹੁਤ ਸ਼ਕਤੀਸ਼ਾਲੀ ਹੈ। ਇਹ ਕੋਈ ਗੱਲ ਸੌਖੀ ਨਹੀਂ ਹੈ। ਬੰਦਾ ਆਪਣੇ ਆਪ ਨੂੰ ਸ਼ਕਤੀਸ਼ਾਲੀ ਸਮਝਦਾ। ਜਿਸ ਹੱਥ ਜੋਰ ਘਰ ਵੇਖੈ ਸੋਏ, ਨਾਨਕ ਉੱਤਮ ਨੀਚ ਨ ਕੋਏ। ਹੱਥ ਵਿੱਚ ਉਹਦੇ ਹੈ ਸਾਰਾ ਕੁਛ, ਬੰਦੇ ਦੇ ਹੱਥ 'ਚ ਕੁਛ ਨਹੀਂ ਹੈ। ਹਾਂ, ਜਿਹਨੂੰ ਉਹ ਤਾਣ ਦੇ ਦਿੰਦਾ ਹੈ ਉਹ ਫਿਰ ਤੈਨੂੰ ਗਾਉਂਦਾ ਹੈ ਬਈ ਤੂੰ ਬਹੁਤ ਸ਼ਕਤੀਸ਼ਾਲੀ ਹੈ। ਗਾਵੇ ਕੋ ਦਾਤ ਜਾਣੇ ਨਿਸ਼ਾਨ। ਕੋਈ ਤੈਨੂੰ ਇਸ ਕਰਕੇ ਗਾਉਂਦਾ ਹੈ ਵੀ ਉਹ ਜਿਹੜੀਆਂ ਤੂੰ ਦਾਤਾਂ ਬਖਸ਼ਦਾ ਹੈ ਉਹ ਤੇਰੀ ਨਿਸ਼ਾਨੀ ਹੈ। ਭਾਵੇਂ ਵੀ ਅਸੀਂ ਸਾਡਾ ਕੁਛ ਨਹੀਂ ਹੈ ਵੀ ਅਸੀਂ ਕਰਿਆ ਕਮਾਇਆ ਹੈ, ਨੋ, ਸਭ ਤੇਰੀਆਂ ਦਾਤਾਂ। ਇਹਨੂੰ ਨਿਸ਼ਾਨੀ ਜਾਣਦਾ ਉਹ ਪੁਰਸ਼ ਜਿਹਨੂੰ ਤੂੰ ਬਖਸ਼ ਦਵੇਂ, ਇਸ ਤਰ੍ਹਾਂ ਸੋਚਦਾ ਹੋ। ਹੁਣ ਸਾਧ ਸੰਗਤ ਜੀ, ਜੇ ਵਿਆਕਰਨਕ ਰੂਪ ਵੀ ਨਾਲ ਲੈ ਕੇ ਚੱਲੀਏ, ਤਾਣ ਜਿਹੜਾ ਔਂਕੜ ਆ ਰਹੀ ਹੈ ਨਾਣੇ ਨੂੰ, ਪੋਥੀਆਂ ਕੱਢ ਲਿਓ, ਇੱਕਣ ਨਹੀਂ, ਸੁਣ ਕੇ ਨਹੀਂ ਗੱਲ ਬਣਦੀ। ਤਾਣ ਦਾ ਮਤਲਬ ਜ਼ੋਰ, ਇੱਕ ਤਾਣ ਦੀ ਗੱਲ ਹੋ ਰਹੀ ਹੈ, ਇਸ ਕਰਕੇ ਔਂਕੜ ਆ ਰਿਹਾ। ਗਾਵੇ ਕੋ, ਆ ਦੇਖੋ ਵਾਵੇ ਨੂੰ ਦਲਾਈਆਂ, ਇਹ ਇੱਕ ਦੀ ਗੱਲ ਹੈ, ਇੱਕ ਵਿੱਚ ਗਾਵੈ। ਜੇ ਬਹੁਤੇ ਹੁੰਦੇ ਫਿਰ ਗਾਂ ਮੈਂ, ਕਾ ਮੈਂ ਤੁਧਨੋਂ ਪੌਣ ਪਾਣੀ ਬਸੰਤਰ, ਫਿਰ ਬਹੁਤਿਆਂ ਵਿੱਚ ਦੂਜਾ ਰੂਪ ਆਉਣਾ ਸੀ। ਇਹ ਹੈਗਾ ਇੱਕ ਵਚਨਕ ਰੂਪ। ਗਾਵੇ ਕੋ, ਕੋਈ ਤੈਨੂੰ ਇਸ ਕਰਕੇ ਗਾਉਂਦਾ ਹੈ ਵੀ ਉਹ ਸਮਝਦਾ ਹੈ ਵੀ ਜਿਹੜੀਆਂ ਵੀ ਤੂੰ ਦਾਤਾਂ ਦੇ ਰਿਹਾ ਇਹ ਤੇਰੀ ਨਿਸ਼ਾਨੀ ਹੈ, ਮੇਰਾ ਕੁਛ ਨਹੀਂ ਹੈ।
ਗਾਵੇ ਕੋ ਤੇ ਬਾਅਦ ਥੋੜਾ ਜਿਹਾ ਜਮਕੀ ਦੇ ਕੇ ਰੁਕਣਾ ਹੈ ਸਹੀ ਪਾਠ ਕਰਨ ਖਾਤਰ। ਗਾਵੇ ਕੋ, ਕੋਈ ਤੈਨੂੰ ਇਸ ਕਰਕੇ ਗਾਉਂਦਾ ਹੈ, ਗੁਣ ਵਡਿਆਈਆਂ ਚਾਰ, ਤੇਰੀਆਂ ਵਡਿਆਈਆਂ ਬੜੀਆਂ ਸੁੰਦਰ ਹੈ, ਤੇਰੇ ਗੁਣ ਗਾ ਕੇ ਹੀ ਅਸੀਂ ਤੈਨੂੰ ਤੇਰੇ ਅੰਦਰ ਸਮਾ ਸਕਦੇ ਹਾਂ। ਬਹੁਤ ਸੁੰਦਰ ਵਡਿਆਈਆਂ ਤੇਰੀਆਂ। ਆਪਣੀਆਂ ਨਾ ਸਮਝ ਲਵੇ ਬੰਦਾ ਵੀ ਮੇਰੇ ਅੰਦਰ ਚਾਹੇ ਦਿੱਤੀਆਂ ਉਹਦੀਆਂ, ਪਰ ਬੰਦਾ ਸਮਝ ਲੈਂਦਾ ਵੀ ਇਹ ਤਾਂ ਮੇਰੀਆਂ ਹੀ ਵਡਿਆਈਆਂ, ਮੈਂ ਤਾਂ ਬੜੀ ਸੁੰਦਰ, ਮੇਰਾ ਸਰੀਰ ਸੁੰਦਰ, ਮੇਰੀ ਵਿੱਦਿਆ ਸੁੰਦਰ, ਮੇਰੀ ਔਲਾਦ ਸੁੰਦਰ। ਇਹ ਨਾ ਜਾਣਦੇ ਹੋਏ ਤੇਰੀਆਂ ਵਡਿਆਈਆਂ ਚੰਗੀਆਂ। ਗਾਵੇ ਕੋ ਵਿੱਦਿਆ ਬਿਕਮ ਵਿਚਾਰ, ਕੋਈ ਤੈਨੂੰ ਇਸ ਕਰਕੇ ਗਾਉਂਦਾ ਹੈ ਵੀ ਜਿਹੜਾ ਤੂੰ ਵਿੱਦਿਆ ਜਿਹੜੀ ਤੇਰੀ ਉਹ ਬਹੁਤ ਵਿਖਮ ਵਿਚਾਰ ਹੈ, ਦੀਰਘ ਜਾਂ ਮੁਸ਼ਕਲ ਹੈ ਜਿਹੜੀ ਉਹ ਘੱਟ ਹੀ ਜਿਹੜੀ ਤੇਰੀ ਵਿੱਦਿਆ, ਕੋਈ ਤੈਨੂੰ ਇਸ ਕਰਕੇ ਗਾਉਂਦਾ। ਗਾਵੇ ਕੋ ਸਾਜ ਕਰੇ ਤਨ ਖੇ, ਕੋਈ ਤੈਨੂੰ ਇਸ ਕਰਕੇ ਗਾਉਂਦਾ ਹੈ, ਯਾਦ ਕਰਦਾ ਹੈ। ਗਾਉਣ ਦਾ ਮਤਲਬ ਸਾਧ ਸੰਗਤ ਜੀ ਭਿੱਜ ਕੇ ਕਿਸੇ ਦੀ ਸਿਫਤ ਸਲਾਹ ਕਰਨੀ ਹੁੰਦੀ, ਉਦੋਂ ਫਿਰ ਗਾਉਣਾ ਨਿਕਲਦਾ ਹਿਰਦੇ ਦੇ ਵਿੱਚੋਂ। ਇਹ ਸਤੁਤੀ ਵਿੱਚ ਆਉਂਦਾ ਹੈ। ਉਸਤਤੀ ਬੋਲ ਕੇ ਵੀ ਹੋ ਸਕਦੀ ਹੈ, ਅੰਦਰ ਯਾਦ ਕਰਕੇ ਵੀ ਹੋ ਸਕਦੀ ਹੈ, ਲੇਕਿਨ ਜਿਹੜੀ ਸਤੁਤੀ ਹੈ ਉਹ ਗਾ ਕੇ ਹੀ ਹੁੰਦੀ ਹੈ। ਪਹਿਲਾਂ ਵਿਚਾਰ ਆ ਲਈ ਇਸ ਬਾਤ ਇਹਦੇ ਸੰਬੰਧ 'ਚ। ਕੋਈ ਤੈਨੂੰ ਇਸ ਕਰਕੇ ਗਾਉਂਦਾ ਹੈ ਵੀ ਤੂੰ ਦੁਨੀਆ ਨੂੰ ਸਾਜ ਵੀ ਦਿੰਦਾ ਹੈ, ਫਿਰ ਤੂੰ ਉਹਨੂੰ ਮਿਟਾ ਵੀ ਦਿੰਦਾ। ਇਹ ਸਰੀਰ ਨੂੰ ਖੇਹ ਬਣਾ ਦਿੰਦਾ। ਹੁਣ ਦੇਖੋ ਇਹ ਖੇਹ ਸ਼ਬਦ ਆ ਰਿਹਾ ਇੱਥੇ, ਹਾਲਾਂਕਿ ਇੱਕ ਖੇਹ ਦੀ ਗੱਲ ਹੈ। ਔਂਕੜ ਇਸ ਕਰਕੇ ਨਹੀਂ ਆਇਆ ਵੀ ਇਸਤਰੀ ਲਿੰਗ ਹੈ ਜਿਹੜੀ ਖੇਹ ਹੈ, ਮਿੱਟੀ। ਗਾਵੇ ਕੋ ਜੀ ਲੈ ਫਿਰ ਦੇ, ਕੋਈ ਤੈਨੂੰ ਇਸ ਕਰਕੇ ਗਾਉਂਦਾ ਹੈ, ਯਾਦ ਕਰਦਾ ਹੈ ਵੀ ਤੂੰ ਜ਼ਿੰਦਗੀ ਲੈ ਵੀ ਲੈਣਾ ਫਿਰ ਦੇ ਵੀ ਦੇਣਾ। ਸਾਰਾ ਜਨਮ ਮਰਨ ਤੇਰੇ ਹੁਕਮ 'ਚ ਹੋ ਰਿਹਾ। ਗਾਵੇ ਕੋ ਜਾਪੇ ਦਿਸੇ ਦੂਰ, ਕੋਈ ਤੈਨੂੰ ਇਸ ਕਰਕੇ ਗਾਉਂਦਾ ਵੀ ਉਹਨੂੰ ਐਂ ਲੱਗਦਾ ਵੀ ਤੂੰ ਬਹੁਤ ਦੂਰ ਹੈ, ਤੂੰ ਮੱਕੇ 'ਚ ਹੈ, ਤੂੰ ਕਿਸੇ ਹਿਮਾਲਿਆ ਦੀਆਂ ਕੰਦਰਾਂ ਵਿੱਚ ਹੈ, 7 ਸਮੁੰਦਰ ਪਾਰ ਹੈ। ਫਿਰਦੇ ਆ ਲੋਕ ਭ੍ਰਮਣ ਕਰਦੇ, ਉਹਨਾਂ ਨੂੰ ਏਕਣ ਲੱਗਦਾ। ਪਰ ਗਾਵੇ ਕੋ ਵੇਖੈ ਹਾਜ਼ਰਾ ਹਦੂਰ, ਕੋਈ ਤੈਨੂੰ ਇਸ ਕਰਕੇ ਤੇ ਆਉਂਦਾ ਗਾਉਂਦਾ ਵੀ ਤੈਨੂੰ ਹਾਜ਼ਰ ਨਾਜ਼ਰ ਸਮਝਦਾ। ਹੁਣ ਇਹਨਾਂ ਦੋਹਾਂ ਦੇ ਵਿੱਚ ਹਾਲਾਂਕਿ ਸਾਰਾ ਕੁਝ ਹੁਕਮ 'ਚ ਹੋ ਰਿਹਾ, ਪਰ ਗੁਰਮਤਿ ਦਾ ਨੁਕਤਾ ਇਹ ਹੈ ਵੀ ਉਹਨੂੰ ਹਾਜ਼ਰ ਨਾਜ਼ਰ ਸਮਝਣਾ। ਸਗਲ ਗੁਣਾ ਗੁਣ ਉਤਮੋ ਭਰਤਾ ਦੂਰ ਨਾ ਭਿਖਰੀ, ਹੇ ਔਰਤ ਸਾਰਿਆਂ ਗੁਣਾਂ 'ਚੋਂ ਗੁਣ ਇਹ ਹੈ ਵੀ ਤੇਰੇ ਘਰ ਵਾਲਾ ਬੇਸ਼ੱਕ ਕਿਧਰੇ ਦੂਰ ਬੈਠਾ ਹੋਵੇ, ਅਮਰੀਕਾ ਕੈਨੇਡਾ 'ਚ, ਉਹਨੂੰ ਆਪਣੇ ਅੰਦਰ ਸਮਝ। ਜੇ ਅੰਦਰ ਸਮਝੇਂਗੀ ਗਲਤੀ ਨਹੀਂ ਹੋਊਗੀ, ਨਹੀਂ ਗਲਤੀ ਹੋ ਜਾਣੀ ਹੈ ਵੀ ਕਿਹੜੇ ਦੇਖਦਾ। ਇਹੀ ਹਾਲ ਫਿਰ ਰੱਬੀ ਜਿਹੜਾ ਸਾਡਾ ਵਿਧਾਨ ਹੈ ਉਹਦੇ ਵਿੱਚ ਹੈ। ਜੇ ਸਾਨੂੰ ਗੁਰੂ ਸੋਝੀ ਦੇ ਦੇਵੇ ਵੀ ਤੂੰ ਅੰਦਰ ਬੈਠਾ ਹੈ, ਗੁਰੂ ਵੀ ਅੰਦਰੇ ਬੈਠਾ ਹੈ, ਫਿਰ ਗਲਤੀ ਨਹੀਂ ਹੋਣ ਲੱਗੀ। ਇਹ ਤਾਂ ਹੀ ਹੁੰਦਾ ਨਾ ਵੀ ਤੂੰ ਮੈਨੂੰ ਦੇਖ ਰਿਹਾ, ਮੈਂ ਗਲਤ ਕਿਉਂ ਕਰਾਂ। ਇਹ ਗੁਰਮਤਿ ਦਾ ਨਜ਼ਰੀਆ ਇਹੀ ਹੈ। ਭਾਵੇਂ ਉਹ ਵੀ ਤੇਰੇ ਹੁਕਮ ਵਿੱਚ ਹਨ ਜਿਹੜੇ ਸਮਝਦੇ ਵੀ ਤੂੰ ਦੂਰ ਹੈ। ਜਿਹੜਾ ਸਭ ਤੋਂ ਸ੍ਰੇਸ਼ਟ ਗੁਣ ਹੈ, ਸਗਲ ਗੁਣਾ ਗੁਣ ਉੱਤਮ, ਸਾਰਿਆਂ ਗੁਣਾਂ ਚੋਂ ਉੱਚਾ ਗੁਣ ਹੈ ਇਹ ਵੀ ਤੈਨੂੰ ਅਸੀਂ ਅੰਦਰ ਸਮਝੀਏ। ਮੋਹ ਮੋਇਆ ਜਾਣੇ ਦੂਰ ਹੈ, ਕਹੋ ਨਾਨਕ ਸਦਾ ਹਦੂਰ ਹੈ। ਜਿੰਨਾ ਚਿਰ ਸਾਡੇ ਮਨ 'ਚ ਇਹ ਹੈ ਵੀ ਕਿਤੇ ਹੋਰ ਹੈ, ਉਹ ਮਨ 'ਚ ਇਹ ਲਾਲਸਾ ਹੈ, ਮਨ 'ਚ ਖਿਆਲ ਹੈ, ਇਹ ਸਮਝ ਲਓ ਕੋਈ ਵੀ ਬੰਦਾ ਆਪਣੇ ਉੱਪਰ ਲਾ ਕੇ ਦੇਖ ਲਵੇ ਵੀ ਮੇਰੀ ਦੂਰੀ ਹੈ ਰੱਬ ਤੋਂ। ਜਿਹਨੂੰ ਅਹਿਸਾਸ ਹੋ ਗਿਆ ਵੀ ਮੈਂ ਹੋਰ ਕਿੱਥੇ ਕਿਉਂ ਜਾਵਾਂ, ਜਾਂ ਤੂੰ ਮੇਰੇ ਅੰਦਰ ਹੈ, ਆਪਾਂ ਦੋਹੇ ਹੈ, ਮੈਂ ਇਕੱਲਾ ਹੁੰਦਾ ਹੀ ਨਹੀਂ ਕਦੇ, ਤੂੰ ਮੇਰੇ ਨਾਲ ਹੁੰਦਾ। ਇਹ ਗੁਰਬਾਣੀ ਦਾ ਨੁਕਤਾ ਹੈ। ਗਾਵੇ ਕੋ ਵੇਖੈ ਹਾਜ਼ਰਾ ਹਦੂਰ, ਹਾਜ਼ਰ ਨਾਜ਼ਰ, ਹਰ ਵਕਤ ਅੰਗ ਸੰਗ ਸਮਝਣਾ। ਕਥਨਾ ਕਥੀ ਨਾ ਆਵੇ ਟੋਟ, ਜਿੰਨਾ ਮਰਜ਼ੀ ਉਹਦੇ ਬਾਰੇ ਕੁਛ ਕਹੀ ਜਾਓ, ਕਥੀ ਜਾਓ, ਕੋਈ ਤੋਟ ਵੀ ਨਾ ਆਵੇ, ਇੰਨਾ ਕਥਦੀ ਉਹਦੇ ਖਾਤਰ। ਕਥ ਕਥ ਕਥੀ ਕੋਟੀ ਕੋਟ ਕੋਟ, ਕਰੋੜਾਂ ਹੀ ਬੰਦੇ ਤੈਨੂੰ ਕਥ ਕਥ ਕੇ ਚਲੇ ਜਾਂਦੇ, ਹੁਣ ਵੀ ਕਥ ਰਹੇ।
कई कोट वेद के स्रोते, कई कोट तपीसर होते। कई कोट तेनू नवा नाम रख के ध्याने, कई कोट नवतन नाम ध्यावे। शेषनाग दे 1000 जीव है, 1000 जीव नाल तेनू रोज ध्याउंदा, और ध्याउंदा भी किवें है, रब दा एक रोज नवा नाम रख लैंदा। जिवें अज गोपाल है, सारियां जीवां 1000 जीव गोपाल गोपाल कह रही है। कल नूं वाहिगुरू वाहिगुरू कह रही है, परसों नूं गोविंद 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 कर रही है, चौथे नूं बीठल बीठल कर रही है। रोज नवां नाम रख के ध्याउंदा हैगा। पर गुरबाणी दा निश्चा क्या है, एक तिल तां का मरम ना पावणे। एक तिल जिन्ना भेत नहीं आया ਉਹਨੂੰ ਹੁਣ ਤਾईं ਰੱਬ ਦਾ, ध्याउंदा रोज है। तो ये गल आपां अपने उपर लाउणी चाहीदी है सानूं। जाप के किए जो पे पायत है अजाप देव, पूदना सदीव तू ही उचरत। पूदना चिड़ी शिवालक ਦੀਆਂ ਪਹਾੜੀਆਂ ਚ ਹੁੰਦੀ ਹੈ, ਉਸ ਹਮੇਸ਼ਾ ਵਾਸਤੇ ਹੀ ਤੂੰ ਹੀ ਕਰਦੀ ਰਹਿੰਦੀ ਹੈ। ਪਰ ਨਹੀਂ ਮਿਲਦਾ, ਜਪਣ ਨਾਲ ਵੀ ਨਹੀਂ ਮਿਲਦਾ ਹੈ। ਦੇਖੋ ਸਾਧ ਸੰਗਤ ਜੀ, ਫਿਰ ਇੱਕਣ ਬੁੱਧੀ ਟਪਲਾ ਖਾਂਦੀ ਵੀ ਸਾਰੀ ਬਾਣੀ ਤਾਂ ਕਹਿੰਦੀ ਹੈ ਜਪ ਕਰੋ, ਜਪ ਮਨ ਮੇਰੇ ਗੋਬਿੰਦ ਕੀ ਬਾਣੀ। ਬਾਣੀ ਦਾ ਨੌਵੇਂ ਜਪਜੀ ਸਾਹਿਬ ਹੈ ਜਪਣਾ। ਫਿਰ ਇਹ ਕਾਹਤੇ ਲਿਖ ਦਿੱਤਾ ਗੁਰੂ ਬਾਬਿਆਂ ਨੇ ਵੀ ਜਪਣ ਨਾਲ ਤਾਂ ਕੁਛ ਨਹੀਂ ਬਣਨਾ ਭਾਈ। ਇਹ ਘੁੰਡੀਆਂ ਹੈ ਗੁਰਬਾਣੀ ਦੀਆਂ। ਗੁਰਮਤ ਨੂੰ ਸਮਝਣ ਖਾਤਰ ਯੈਸ ਔਰ ਨੋ, ਇੱਧਰ ਜਾਂ ਉੱਧਰ ਇੱਕਣ ਦੀ ਗੱਲ ਹੈ ਹੀ ਨਹੀਂ ਕਿਤੇ ਵੀ। ਇਨਵਿਟ ਵੀ ਨੇ ਗੱਲ, ਜਿਵੇਂ ਪਹਿਲਾਂ ਵੀ ਗੱਲਾਂ ਆਪਾਂ ਕਰਦੇ ਹੀ ਆ ਰਹੇ ਹਾਂ। ਕਿਵੇਂ शिव जी ध्यान लाई बैठा है सदियां तो, गुण गावे महादेव बैरागी जिन ध्यान निरंतर जाने। भुलेखा पैंदा सानू, शिव जी तो बहुत ऊंची हस्ती है, चौथे गुण वाली जिहड़ी हर वक्त ध्यान लाई बैठी है। गुरसिखां च भी आ रही है गल, क्योंकि साडी जिहड़ी अंदरली बिल्डअप है ना, वो अजे टर्न नहीं होई, हाले सानू उधरला ज्ञान नहीं होया। बुद्धि बोल रही है, बुद्धि ने हमेशा कार्य ही कराने, गलत सोचदी। जपना हर श्वास दे नाल, सास सास जपीए गोबिंद। पर हुण शेषनाग ना बन जाइए किते, बनता होना नहीं, क्योंकि उहदे तां 1000 जीव है, उहनूं फिर भी कुछ नहीं गुरबाणी फरमाउंदी मिलिया। किते असीं समझ ना लईए भी हुण असीं जाप करदे हां ते सानूं रब मिल जूगा। नो, वो होमे बोलदी है फिर बंदे दे अंदर भी मैं पा लूंगा ਉਹਨੂੰ। ਇੱਥੇ ਮੈਂ ਦੀ ਗੱਲ ਨਹੀਂ ਚੱਲਣੀ, ਹੋਵੇ ਤਾਂ ਤੂੰ ਚੱਲੂਗਾ। ਜੇ ਤੂੰ ਦੇਊਂਗਾ ਤਾਂ ਮਿਲ ਜੂਗਾ, ਅਦਰਵਾਈਜ਼ ਨਹੀਂ ਮਿਲਣਾ। ਸੋ ਭਾਈ, ਇਹ ਜਿਹੜਾ ਜਪਣਾ ਹੈ ਬਹੁਤ ਪਵਿੱਤਰ ਸ਼ਬਦ ਹੈ, ਇਹ ਵੀ ਕੰਡੀਸ਼ਨਲ ਹੈ। ਜੇ ਕੱਲੀ ਰਸਨਾ ਹੀ ਬੋਲਦੀ ਹੈ, ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। नास्तिक लोग या जिहड़ी दूजी बिरती वाले कुछ गुरसिख भी हैं, वही हवाला दे दिंदे गुरबाणी का भी राम राम करे तो क्या बनता, गुरबाणी रोकदी है ना करो। भाई रोकदी नहीं है गुरबाणी, गुरबाणी तो फरमाउंदी है भी हर पल राम राम करो। वही उन्होंने ये दलील दे देनी भी आ देखो ऐ कहंदी है, उस गल दी उन्होंने समझ नहीं हुंदी भी ये गल दा कुछ होर मतलब है इहदे पिछे। ये उन्होंने हटाया गया जिहड़े सिर्फ जबान नाल करदे हैं, बगल में छुरी मुंह में राम। सीखना कुछ नहीं, जप दा मतलब नहीं समझ आउंदा भी इहदे नाल असीं अपनी हौमे तोड़ीए, सगों होर वधाउने। उन्हां नूं रोकिया गया। हर गल गुरमत दी समझण वाली है, जप करना भी है, लेकिन उन्हां नूं रोकिया भी गया भी जिहड़े तुसीं फोका जप करदे आ ना, नीरस रस बिना भावना तो, ਉਹਦੀ ਭਾਈ ਕੋਈ ਮਹਿਮਾ ਨਹੀਂ, ਅੱਗੇ ਦਰਗਾਹ 'ਚ ਨਹੀਂ ਹੋਣੀ ਹੈ, 84 ਬਣੀ ਰਹੂਗੀ। ਸੋ ਕਥਨਾ ਹੈਗਾ ਸ਼ੇਸ਼ਨਾਗ ਦੀ ਤਰ੍ਹਾਂ ਨਹੀਂ ਕਥਨਾ, शिव जी की तरह नहीं कथना ਉਹਨੂੰ। ਇਹ ਕਥਨਾ ਬਹੁਤ ਜ਼ਰੂਰੀ ਹੈ, ਪਰ ਰੋਕਿਆ ਇਸੀ ਗੱਲ ਕਰਕੇ ਵੀ ਜਦੋਂ ਉਹਨਾਂ ਨੂੰ ਨਹੀਂ ਕੁਝ ਮਿਲਿਆ, ਤੁਹਾਨੂੰ ਤੁਸੀਂ ਕਿਵੇਂ ਆਸ ਲਾਈ ਬੈਠੇ ਵੀ ਅਸੀਂ ਤਾਂ ਹੁਣ ਬਣ ਗਏ ਪੂਰੇ ਬਰਮ ਗਿਆਨੀ, ਜਾਂ ਅਨਾੜੀ ਬੰਦਿਆਂ ਨੂੰ ਅਸੀਂ ਬਰਮ ਗਿਆਨੀ ਸਮਝ ਲੈਂਦੇ ਉੱਪਰੋਂ ਦੇਖ ਕੇ, ਕਿਉਂਕਿ ਅੰਦਰ ਦਾ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਇਹਦੇ ਅੰਦਰ ਕਿਆ ਹੋ ਰਿਹਾ। ਕਿਉਂਕਿ ਆਪਣੇ ਅੰਦਰ ਨਹੀਂ ਹੋ ਰਿਹਾ ਤੇ ਦੂਜੇ ਦਾ ਕਿਵੇਂ ਪਤਾ ਲੱਗੂ? ਜੇ ਆਪਣੇ ਅੰਦਰ ਮਨਕਾ ਹਿਲਦਾ ਹੋਊਗਾ ਤਾਂ ਹੀ ਦੂਏ ਤੋਂ ਦੇਖ ਕੇ ਅਸੀਂ ਸਮਝ ਸਕਦੇ ਹਾਂ ਵੀ ਇਹ ਸੰਤ ਹੈ ਜਾਂ ਨਹੀਂ ਹੈ। ਜੇ ਸਮਝਦੇ ਬੁੱਧੀ ਨਾਲ ਉਹ ਗੱਲ ਠੀਕ ਨਹੀਂ ਹੁੰਦੀ।
ਬੁੱਧੀ ਨਾਲ ਤਾਂ ਸਾਰਾ ਬਨਾਰਸ ਬਾਬੇ ਕਬੀਰ ਨੂੰ ਔਰ ਬਾਬਾ ਰਵਿਦਾਸ ਜੀ ਨੂੰ ਪਤਾ ਨਹੀਂ ਕਿਆ ਕਿਆ ਬੋਲ ਰਹੇ थे, ਗਾਲਾਂ ਕੱਢ ਰਹੇ थे, ਮਤਲਬ ਬੁਰੇ ਜਾਤੀ ਸੂਚਕ ਸ਼ਬਦ ਵੀ ਬੋਲ ਰਹੇ थे। ਉਹ ਬੁੱਧੀ ਕਰਕੇ। ਜੇ ਕਿਸੇ ਕੋਲ ਵਿਵੇਕ ਹੁੰਦਾ ਫਿਰ ਸਮਝ ਆ ਜਾਣੀ ਸੀਗੀ। ਗੁਰੂ ਮਹਾਰਾਜ ਨੇ ਵਿਵੇਕ ਦੇ ਵਿੱਚੋਂ ਹੀ ਇਹ ਗੱਲਾਂ ਪਰਖੀਆਂ ਦੇਖੀਆਂ, ਤਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਆ ਕੇ ਬਿਰਾਜਮਾਨ ਕਰ ਦਿੱਤੇ, ਸਦਾ ਵਾਸਤੇ ਅਮਰ ਕਰ ਦਿੱਤੇ। ਸੋ ਇਹ ਬਾਤਾਂ ਸਮਝਣ ਵਾਲੀਆਂ, ਸਮਝਣ ਜੈਸੀਆਂ ਵੀ ਕਥਨਾ ਹੈਗਾ, ਪਰ ਸ਼ਿਵ ਜੀ ਔਰ ਸ਼ੇਸ਼ ਨਾਗ ਦੀ ਤਰ੍ਹਾਂ ਨਹੀਂ ਕਥਨਾ। ਸਾਡੀ ਜਿਹੜੀ ਕਥਨ ਦੀ ਜਿਹੜਾ ਦਿਸ਼ਾ ਹੈ, ਡਾਇਰੈਕਸ਼ਨ, ਉਹ ਇੱਕ ਦੇ ਨਾਲ ਹੋਣੀ ਚਾਹੀਦੀ ਹੈ। ਗੁਰੂ ਜਾਂ ਪਰਮਾਤਮਾ ਉਹ ਇੱਕੋ ਚੀਜ਼ ਹੈ। ਜੇ ਅਸੀਂ ਕਥਦੇ ਹਾਂ ਕਿਸੇ ਹੋਰ ਦੇਵੀ ਦੇਵਤੇ ਨੂੰ ਜਿਹੜਾ ਦੂਜੇ ਗੁਣਾ ਆਪਣੇ ਡੁਐਲਿਟੀ 'ਚ ਹੈ, ਦੂਜੇ ਭਾਵ 'ਚ ਹੈ, ਭਾਵੇਂ ਸਾਰਾ ਦਿਨ 24 ਘੰਟੇ ਕਥੀ ਜਾਓ, ਕੁਛ ਨਹੀਂ ਪ੍ਰਾਪਤ ਹੋਣਾ। ਇਹ ਗੁਰਬਾਣੀ ਫਰਮਾਉਂਦੀ ਹੈ। ਜਿਹੜਾ ਆਪ ਨਹੀਂ ਉਹਨੂੰ ਮਿਲਿਆ ਹੋਇਆ, ਅਸੀਂ ਉਹਦੇ ਗੁਣ ਗਾ ਕੇ ਸਾਨੂੰ ਕਿਆ ਮਿਲੂਗਾ ਬਈ। ਸੋ ਡਾਇਰੈਕਸ਼ਨਲ ਬਾਤ ਹੈ ਗੁਰਬਾਣੀ 'ਚ। ਦਿਸ਼ਾ, ਦਸ਼ਾ ਤਾਂ ਠੀਕ ਹੈ ਵੀ ਜਿਹੜਾ ਉਹਦੇ ਗੁਣ ਗਾਉਂਦਾ ਉਹ ਮਾੜਾ ਨਹੀਂ ਹੁੰਦਾ, ਚੰਗੀ ਗੱਲ ਹੈ। ਪਰ ਜਿਹਦੀ ਦਿਸ਼ਾ ਸਹੀ ਨਹੀਂ ਹੈ, ਉਹਨੂੰ ਜਨਮ ਤਾਂ ਮੁੜ ਕੇ ਚੰਗਾ ਮਿਲ ਜੂਗਾ ਮਨੁੱਖਾ, ਇੰਨੀ ਗੱਲ ਤਾਂ ਆਉਂਦੀ ਹੈ ਗੁਰਬਾਣੀ 'ਚ। ਵਿਅਰਥ ਤਾਂ ਨਹੀਂ ਉਹ ਜਾਂਦਾ, ਲੇਕਿਨ ਉਹਦਾ ਮਿਲਾਪ ਨਹੀਂ ਹੋ ਸਕਣਾ ਰੱਬ ਦੇ ਨਾਲ। ਜਿਹੜੀ ਅਸਲੀ ਅਵਸਥਾ ਹੈ ਉਹ ਨਹੀਂ ਪ੍ਰਾਪਤ ਹੋ ਸਕਦੀ। ਤੋ ਕਥ ਕਥੀ ਕੋਟੀ ਕੋਟ ਕੋਟ, ਕਰੋੜਾਂ ਹੀ ਲੋਕ ਕਥਦੇ ਆ ਉਹਨੂੰ, ਹੁਣ ਵੀ ਕਥ ਰਹੇ, ਪਹਿਲਾਂ ਵੀ ਕਥ ਰਹੇ ਤੇ ਫਿਰ ਵੀ ਕਥਣਗੇ, ਪਰ ਉਹ ਕਥਨੇ 'ਚ ਨਹੀਂ ਆਉਂਦਾ। ਆਉਂਦਾ ਵੀ ਹੈਗਾ, ਦੋਏ ਗੱਲਾਂ। ਹੁਣ ਇਹ ਆਪ ਸਮਝ ਲਿਓ ਸਾਰੀ ਗੱਲ। ਦਿੰਦਾ ਦੇ ਲੈਂਦੇ ਥੱਕ ਪਾਹੇ, ਉਹ ਦਈ ਜਾਂਦਾ ਹੈ, ਅਸੀਂ ਲੰਦੇ ਥੱਕ ਜਾਂਦੇ। ਖਾਂਦਿਆਂ ਖਾਂਦਿਆਂ ਮੂੰਹ ਕਠਾ, ਪਹਿਨੰਦਿਆਂ ਸਭ ਅੰਗ। ਮੂੰਹ ਵੀ ਘੱਟ ਜਾਂਦਾ, ਦੰਦ ਟੁੱਟ ਜਾਂਦੇ, ਨਿਗਾਹ ਚਲੇ ਜਾਂਦੀ ਹੈ, ਨੇਤਰਹੀਣ ਹੋ ਜਾਂਦਾ, ਕੰਨ ਬਹਿਰੇ ਹੋ ਜਾਂਦੇ, ਲੱਤਾਂ ਚੱਲਣ ਤੋਂ ਜਵਾਬ ਦਿੰਦੀਆਂ। ਪਰ ਫਿਰ ਵੀ ਜਿਹੜੀ ਅੰਦਰ ਸਾਡੇ ਚੱਲ ਰਹੀ ਹੈ, ਜਿਹੜਾ ਮਨ ਹੈ, ਉਹ ਉੜਿਆ ਫਿਰਦਾ, ਸਗੋਂ ਖਾਹਿਸ਼ਾਂ ਵੱਧਦੀਆਂ ਬੁਢਾਪੇ 'ਚ। ਅਸੀਂ ਥੱਕ ਟੁੱਟ ਜਾਂਦੇ ਹਾਂ, ਮਨ ਨਹੀਂ ਸਾਡਾ ਥੱਕਦਾ ਕਦੇ ਵੀ। ਇਹ ਮਨ ਅਗਲੇ ਜਾਮੇ ਵਿੱਚ ਉਸੇ ਤਰ੍ਹਾਂ ਫੇਰ ਚਲੇ ਜਾਂਦਾ, ਸਗੋਂ ਵੱਧ ਕੇ ਜਾਂਦਾ। ਪਿਛਲੇ ਜਨਮਾਂ ਦੀ ਸਾਰੇ ਅਵਗੁਣ ਨਾਲ ਲੈ ਕੇ ਅਗਲੇ ਜਨਮ 'ਚ ਪ੍ਰਵੇਸ਼ ਕਰ ਜਾਂਦਾ। ਨਾ ਹਉਮੈ ਮਰਦੀ ਹੈ, ਨਾ ਮਨ ਮਰਦਾ। ਗੁਰੂ ਦੀ ਮਿਲਾਪ ਤੋਂ ਬਿਨਾਂ ਨਹੀਂ ਇਹ ਬਾਤ ਹੁੰਦੀ। ਉਸੇ ਤਰੀਕੇ ਨਾਲ ਅਸੀਂ ਕਮੂਲੇਟਿਵ ਇਫੈਕਟ ਕਹਿੰਦੇ ਹਾਂ ਇਹਨੂੰ, ਜਿਹੜਾ ਇੱਕ ਦੇ ਉੱਪਰ ਇੱਕ ਜਮ੍ਹਾਂ ਹੋਈ ਜਾ ਕਰਦਾ। ਇਹ ਸਾਰੇ ਔਗਣ ਸਾਡੇ ਸਰੀਰਾਂ 'ਚ ਜਮ੍ਹਾਂ ਹੋਈ ਜਾਂਦੇ, ਹਰ ਜਨਮ 'ਚ ਹੋਈ ਜਾਂਦੇ। ਪਿਛਲੇ ਵੀ ਨਾਲ ਲੈ ਕੇ ਆਏ ਆ, ਇਹਦੇ 'ਚ ਹੋਰ ਹੋ ਜਾਣੇ ਆ, ਹੋਰ ਇਕੱਠੇ ਕਰਕੇ ਅਸੀਂ ਗਾਹਾਂ ਪ੍ਰਵੇਸ਼ ਕਰ ਜਾਣਾ। ਸੋ ਨਾਮ ਜਪਣਾ ਵਿਅਰਥ ਨਹੀਂ ਕਦੇ ਵੀ ਜਾਂਦਾ, ਇਹ ਗੱਲ ਵੀ ਗੁਰਬਾਣੀ ਫਰਮਾਉਂਦੀ ਹੈ। ਪਰ ਉਹ ਕੰਡੀਸ਼ਨਲ ਹੈ ਵੀ ਚਲੋ ਸਾਨੂੰ ਮਨੁੱਖਾ ਜਨਮ ਮਿਲ ਜੂਗਾ, ਕੀੜੇ ਮਕੌੜੇ ਨਹੀਂ ਬਣਾਂਗੇ, ਪਰ ਪਰਮਾਤਮਾ ਦੀ ਪ੍ਰਾਪਤੀ ਨਹੀਂ। ਉਹ ਹੋਏਗੀ ਜੇ ਸਾਡੀ ਸਿਹਤ ਇੱਕ ਬਣ ਜਾਏ, ਗੁਰੂ ਨਾਲ ਮਿਲਾਪ ਹੋ ਜਾਏ, ਭੇਟਾ ਹੋ ਜਾਏ। जुगा जुगंतर खाही खाहें, ये पाहें और खाहें शब्द आ रहे हैं, बहुवचनक है भी ਅਸੀਂ ਲੰਦੇ ਥੱਕ ਜਾਂਦੇ। ਜੇ ਹੁੰਦਾ ਇੱਕ ਦੀ ਗੱਲ, ਫਿਰ ਪਾਏ ਸ਼ਬਦ ਆਉਣਾ। ਜੁਗਾਂ ਜੁਗੰਤਰਾਂ ਤੋਂ ਅਸੀਂ ਖਾਂਦੇ ਆ ਰਹੇ ਹਾਂ, ਥੱਕ ਨਹੀਂ ਰਹੇ। ਸਾਨੂੰ ਖਾਣਾ ਚਾਹੀਦਾ ਸੀ, ਸਾਨੂੰ ਭੁੱਖ ਚਾਹੀਦੀ ਸੀ ਨਾਮ ਦੀ, ਨਹੀਂ, ਅਸੀਂ ਬਾਹਰ ਦੇ ਪਦਾਰਥਾਂ ਵਿੱਚ ਖਚਿਤ ਹੋ ਰਹੇ ਹਾਂ। ਹੁਕਮੀ ਹੁਕਮ ਚਲਾਏ ਰਾਹ, ਉਹਦੇ ਹੁਕਮ ਵਿੱਚ ਹੀ ਇਹ ਰਸਤਾ ਬਣਿਆ ਹੋਇਆ। ਕਿਹੜਾ ਵੀ ਜੇ ਬੰਦਾ ਤੇਰੇ ਵੱਲ ਆ ਜਾਏ, ਇਹ ਉਹਦਾ ਹੁਕਮ ਹੈ। ਉਹ ਰਾਹ ਚਲਾਤਾ ਉਹਨੇ, ਦੁਨੀਆਦਾਰੀ ਦਾ ਰਸਤਾ ਵੀ ਉਸੇ ਨੇ ਚਲਾਇਆ ਹੋਇਆ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈ। ਇਹ ਉਹਦਾ ਰਸਤਾ ਹੈ, ਪੰਥ ਹੈ ਵੀ ਦੁਨੀਆ ਨੂੰ ਪੁੱਠੇ ਪਾਸੇ ਲਾਇਆ ਹੋਇਆ ਜਨਮ ਮਰਨ ਦੇ ਚੱਕਰ 'ਚ। ਜੀ ਤੇ ਬਖਸ਼ੀਸ਼ ਕਰ ਦਿੰਦਾ, ਉਹਦਾ ਲੇਖਾ ਵੀ ਨਹੀਂ ਗਿਣਦਾ ਪਿਆ, ਉਹਦਾ ਕੋਈ ਮਾੜਾ ਚੰਗਾ ਦੇਖਦਾ ਹੀ ਨਹੀਂ ਹੈ, ਉਹਦੇ ਪੇ ਵਸ ਜਾਣਾ। ਨਾਨਕ ਬਿਗਸੈ ਬੇਪਰਵਾਹ, ਉਹ ਬਿਗਸਦਾ ਹੈ ਬੇਪਰਵਾਹ, ਹਰ ਵਕਤ ਖੁਸ਼ ਹੁੰਦਾ ਹੈ। ਬੈਠਾ ਵੇਖੈ ਵੱਖ ਇਕੇਲਾ, ਜਦ ਦੁਨੀਆ ਦੇ ਵਿੱਚ ਕੋਈ ਕਤਲੋ ਗਾਰਤ ਹੁੰਦੀ ਹੈ, ਕੋਈ ਹੜ੍ਹ ਆਉਂਦਾ ਹੈ, ਕੋਈ ਸੁਨਾਮੀ ਆ ਜਾਂਦੀ ਹੈ, ਕੋਈ ਭੁਚਾਲ ਆ ਜਾਂਦਾ,
ਸਾਡੇ ਵਾਸਤੇ ਤਾਂ ਹਾਏ ਤੋਬਾ ਹੈ। ਇਹ ਉਹਦੀ ਲੀਲਾ ਹੈ, ਉਹ ਵਿਕਸ ਰਿਹਾ ਦੇਖ ਕੇ, ਕਿਉਂਕਿ ਹੁਕਮ ਹੈ ਉਹਦਾ, ਉਹ ਭਾਣਾ ਹੀ ਇੱਕਣ ਚਲਾਉਂਦਾ ਆਪਣਾ ਦੁਨੀਆ ਦੇ ਵਿੱਚ। ਜੇ ਇਸ ਤਰ੍ਹਾਂ ਉਹ ਨਾ ਕਰੇ, ਉਹਦਾ ਇਹ ਦੁਨੀਆ ਚੱਲੇ ਨਹੀਂ ਸਕਦੀ। ਜੇ ਸਾਰਿਆਂ ਨੂੰ ਸੰਤ ਬਣਾ ਦੇਵੇ ਕਿਵੇਂ ਚੱਲੂ? ਜੇ ਸਾਰੇ ਹੀ ਚੋਰ ਠੱਗ ਹੋ ਜਾਣ, ਦੁਨੀਆ ਕਿਵੇਂ ਚੱਲੂ? ਇਹ ਪ੍ਰਪੰਚ ਹੈ ਉਹਦਾ, ਢਹਿ ਵੀ ਆਪ ਰਿਹਾ, ਢਾਹ ਵੀ ਆਪ ਰਿਹਾ। ਆਪੇ ਛਿੰਝ ਪਵਾਏ ਮੱਲਾਂ ਖਾੜਾ ਰਚਿਆ। ਕਿਤੇ ਤੂੰ ਅੰਮ੍ਰਿਤ ਪੀਂਦਾ ਪਿਲਾਉਣਾ ਪਿਊਸ, ਕਿਤੇ ਤੂੰ ਠੇਕੇ 'ਚ ਬੈਠਾ ਮਦ ਪੀ ਰਿਹਾ। ਆਮ ਬੰਦੇ ਨੂੰ ਸਮਝ ਨਹੀਂ, ਔਖੀ ਲੱਗਦੀ ਇਹ ਗੱਲ ਵੀ ਰੱਬ ਵੀ ਆ ਚੰਗਾ ਬੰਦਾ ਜਿਹੜਾ ਉਹ ਵੀ ਸ਼ਰਾਬ ਪੀਂਦਾ ਹੋਊਗਾ।